ਵਾਹਿਗੁਰੂ जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੀ ਕਲਾਸ ਵਿੱਚ ਸੋਮਵਾਰ ਨੂੰ ਅਸੀਂ ਆਮ ਤੌਰ ਤੇ ਵੀਰ ਹਰਜੀਤ ਸਿੰਘ ਜੀ ਪਾਸੋਂ ਫਿਲਾਸਫੀ ਦੇ ਵਿਸ਼ੇ ਦੇ ਉੱਤੇ ਵਿਚਾਰ ਸੁਣਦੇ ਹਾਂ, ਪਰ ਅੱਜ ਉਚੇਚੇ ਤੌਰ ਤੇ ਵੀਰ ਸਰਬਜੀਤ ਸਿੰਘ ਜੀ ਰੇਣੂਕਾ ਨੂੰ ਬੇਨਤੀ ਕਰਕੇ ਉਹਨਾਂ ਪਾਸੋਂ ਇੱਕ ਪ੍ਰੈਜੈਂਟੇਸ਼ਨ ਅਸੀਂ ਸੁਣਾਂਗੇ, ਦੇਖਾਂਗੇ, ਜਿਹਦਾ ਵਿਸ਼ਾ ਹੈ ਐਕਸੀਲੈਂਸ ਇਨ ਐਜੂਕੇਸ਼ਨ। ਗੁਰਸਿੱਖਾਂ ਨੂੰ ਦੁਨਿਆਵੀ ਪੜ੍ਹਾਈ ਦੇ ਵਿੱਚ ਵੀ ਕੈਪੇਬਲ ਹੋਣ ਦੀ ਲੋੜ ਹੈ, ਉਸ ਨੂੰ ਵੀ ਅਪਣਾ ਕੇ ਆਪਣੇ ਆਪ ਨੂੰ ਸਿਆਣਾ ਬਣਾਉਣ ਦੀ, ਸਮਝਦਾਰ ਬਣਾਉਣ ਦੀ ਜ਼ਰੂਰਤ ਹੈ। ਤਾਂ ਉਸ ਵਿਸ਼ੇ ਦੇ ਉੱਤੇ ਵੀਰ ਸਰਬਜੀਤ ਸਿੰਘ ਜੀ ਸਾਡੇ ਨਾਲ ਅੱਜ ਵਿਚਾਰ ਸਾਂਝੇ ਕਰਨਗੇ ਇੱਕ ਪੀਪੀਟੀ ਪ੍ਰੈਜੈਂਟੇਸ਼ਨ ਦੇ ਰਾਹੀਂ। ਤਾਂ ਉਹਨਾਂ ਨੂੰ ਬੇਨਤੀ ਹੈ ਜੀ ਕਿ ਅੱਜ ਦੀ ਆਪਣੀ ਪ੍ਰੈਜੈਂਟੇਸ਼ਨ ਆਰੰਭ ਕਰੋ ਜੀ। ਵੀਰ ਸਰਬਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरु प्यारिओ, फतेह प्रवान करना जी। वाहिगुरु जी का खालसा, वाहिगुरु जी की फतेह। ये विजिबल है वीर जी? स्क्रीन शेयर विजिबल है वीर जी? एडिट मोड है। अच्छा जी, हाँ जी, हुण ठीक है, ठीक है जी। हाँ जी ठीक है जी। हुण गुरु प्यारिओ, सिख मिशनरी कॉलेज ਦੇ ਵੀਰਾਂ ਭੈਣਾਂ ਨਾਲ ਜਦ ਵੀ ਮਿਲਣ ਦਾ ਮੌਕਾ ਮਿਲਦਾ ਹੈ ਤੇ ਮਹਿਸੂਸ ਹੁੰਦਾ ਹੈ ਕਿ ਇਸ ਕਾਲਜ ਨੇ ਕਿੰਨੇ ਹੀ ਘਰਾਂ ਦੇ ਵਿੱਚ ਗੁਰਮਤਿ ਦੀ ਜਾਗ ਲਗਾਈ। ਮੈਂ ਮਹਿਸੂਸ ਕਰਦਾ ਕਿ ਮੇਰੇ ਕੋਲ ਕੁਝ ਗਿਆਨ ਨਹੀਂ ਹੈ, ਜੋ ਕਾਲਜ ਦੇ ਸੰਗਤ ਤੋਂ ਚੀਜ਼ਾਂ ਮਿਲੀਆਂ ਨੇ ਉਹਨਾਂ ਨੂੰ ਇੱਕ ਵੱਖਰੇ ਰੂਪ ਦੇ ਵਿੱਚ, ਵੱਖਰੇ ਸ਼ਬਦਾਂ ਵਿੱਚ ਬਿਆਨ ਕਰਨ ਦੀ ਅੱਜ ਮੈਂ ਕੋਸ਼ਿਸ਼ ਕਰ ਰਿਹਾ। ਤੇ ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ ਅੱਜ ਸਾਡਾ ਵਿਸ਼ਾ ਹੈ ਖਾਲਸਾ ਜੀ ਦੀ ਵਿਦਿਅਕ ਪ੍ਰਫੁੱਲਤਾ, ਐਕੈਡੈਮਿਕ ਐਕਸੀਲੈਂਸ ਆਫ ਖਾਲਸਾ। ਹਰ ਸਾਲ ਵਿਸਾਖੀ ਆਉਂਦੀ ਹੈ, ਸਾਰੀਆਂ ਥਾਵਾਂ ਤੇ ਦੀਵਾਨ ਸਜਦੇ ਹਨ। ਵਿਸਾਖੀ ਦਾ ਇਤਿਹਾਸ, ਖਾਲਸੇ ਦੀ ਸਾਜਨਾ ਦੀਆਂ ਗੱਲਾਂ, ਖਾਲਸਾ ਮੇਰੋ ਰੂਪ ਹੈ ਖਾਸ ਦੇ ਜਾਪ ਪਾਠ ਵਿਚਾਰ, ਇਹ ਸਾਰੇ ਅਸੀਂ ਕਰਦੇ ਹਾਂ। ਇੱਕ ਗੱਲ ਬਹੁਤ ਚਿਰ ਪਹਿਲਾਂ ਮੈਂ ਪੜ੍ਹੀ ਸੀ ਕਿ 1699 ਦੀ ਵਿਸਾਖੀ ਸਮੇਂ ਇੱਕ ਵੀ ਸਿੱਖ ਅਨਪੜ੍ਹ ਨਹੀਂ ਸੀ। ਇੱਕ ਛੋਟਾ ਜਿਹਾ ਨੁਕਤਾ ਹੈ, ਹਾਲਾਂਕਿ ਸਾਡੇ ਇਤਿਹਾਸ ਵਿੱਚ ਵਿਸਤਾਰ ਬਹੁਤ ਸਾਰੀਆਂ ਚੀਜ਼ਾਂ ਤੇ ਨਹੀਂ ਮਿਲਦਾ, ਪਰ ਇਹ ਜਿਹੜਾ ਨੁਕਤਾ ਇੱਕ ਮਿਲਦਾ ਹੈ ਕਿ ਇੱਕ ਵੀ ਸਿੱਖ ਅਨਪੜ੍ਹ ਨਹੀਂ ਸੀ ਉਸ ਵੇਲੇ। ਗੁਰੂ ਸਾਹਿਬਾਨ ਦਾ ਆਪਣੇ ਗੁਰਸਿੱਖਾਂ ਨੂੰ ਕਿ ਅੱਖਰ ਗਿਆਨ ਦੇਣਾ ਤੇ ਫਿਰ ਉਹਨਾਂ ਦੀ ਵਿਦਿਆ ਵੱਲ ਧਿਆਨ ਦੇਣਾ ਕਿ ਇਹਨਾਂ ਦੀ ਗਿਆਨ ਦੀ ਜੋਤ ਜਗਦੀ ਰਹੇ, ਇਹ ਬਹੁਤ ਇੱਕ ਵਿਲੱਖਣ ਤੇ ਵਿਸ਼ੇਸ਼ ਗੱਲ ਹੈ ਜਿਹੜੀ ਸਾਡੀ ਖੋਜ ਦੀ ਮੰਗ ਕਰਦੀ ਹੈ। ਅੱਜ ਸਾਡੇ ਦੇਸ਼ ਦੇ, ਖਾਸ ਕਰਕੇ ਪੰਜਾਬ ਦੇ ਔਰ ਸਾਡੇ ਪੰਥ ਦੇ ਜਿਹੜੇ ਹਾਲਾਤ ਨੇ, ਅਸੀਂ ਦੇਖ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਖਾਲੀ ਹੋ ਰਿਹਾ ਹੈ। ਇਹ ਸੱਚੀ ਮੁੱਚੀ ਸ਼ਬਦ ਖਾਲੀ ਹੋਣ ਵਰਗਾ ਹੈ ਕਿ ਜਦੋਂ ਕਾਲਜਾਂ ਦੇ ਵਿੱਚ ਸੀਟਾਂ ਖਾਲੀ ਰਹਿਣ ਲੱਗ ਗਈਆਂ, ਕਾਲਜ ਬੰਦ ਹੋਣੇ ਸ਼ੁਰੂ ਹੋ ਗਏ, ਹੋਰ ਤਾਂ ਹੋਰ 10ਵੀਂ ਪੜ੍ਹ ਕੇ ਬੱਚੇ ਪੂਰੀ ਦੀ ਪੂਰੀ ਕਲਾਸ ਕੈਨੇਡਾ ਨੂੰ ਜਾ ਰਹੀ ਹੈ, 12ਵੀਂ ਕਰਕੇ ਜਾ ਰਹੇ ਨੇ। ਲੜਕੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪੰਜਾਬ ਦੇ ਸਮਾਜਕ ਹਾਲਾਤ ਐਸੇ ਬਦਲ ਗਏ ਕਿ ਜਿਹੜੀਆਂ ਕੁੜੀਆਂ ਨੇ ਆਈਲੈਟਸ ਕਰ ਲਈ, ਹੁਣ ਉਹਨਾਂ ਨੂੰ ਦਾਜ ਨਹੀਂ ਦੇਣਾ ਪੈਂਦਾ। ਹੁਣ ਮੁੰਡੇ ਵਾਲੇ ਉਹਨਾਂ ਨੂੰ ਕਹਿੰਦੇ ਨੇ, ਲਓ ਜੀ ਤੁਹਾਡੇ ਤੇ ਅਸੀਂ 20 ਲੱਖ 25 ਲੱਖ ਲਾਉਂਦੇ ਹਾਂ, ਕੁੜੀ ਵੀ ਬਾਹਰ ਜਾਵੇ ਤੇ ਸਾਡੇ ਮੁੰਡੇ ਨੂੰ ਵੀ ਬਾਹਰ ਲੈ ਜਾਏ। ਇਹ ਥੋੜੇ ਸਮੇਂ ਦੇ ਵਿੱਚ ਬੜੀ ਵੱਡੀ ਚੇਂਜ ਆ ਗਈ। ਬਾਹਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਇੱਕ ਵੱਖਰਾ ਵਿਸ਼ਾ ਹੈ, ਪਰ ਜੇ ਸਾਰੇ ਗੱਲ ਦੀ ਜੜ ਦੇ ਵਿੱਚ ਜਾਈਏ ਤੇ ਵੇਖਣ ਨੂੰ ਇੱਕ ਗੱਲ ਮਿਲਦੀ ਹੈ ਕਿ ਸਾਡੀਆਂ ਇੱਛਾਵਾਂ, ਵੱਡਾ ਸੋਚਣ ਦੀ ਗੱਲ, ਇਹ ਸਾਡੇ ਸਮਾਜ ਵਿੱਚੋਂ ਬਹੁਤਾ ਕਰਕੇ ਖਤਮ ਹੁੰਦੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਆਲਾ ਅਫਸਰਾਂ ਨਾਲ, ਪੁਲਿਸ ਤੇ ਸਿਵਲ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਫੋਟੋ ਆਈ ਸੀ। ਉਹਨਾਂ ਵਿੱਚ ਇੱਕ ਵੀ ਪੱਗ ਵਾਲਾ ਨਹੀਂ ਸੀ।
ਵਾਹਿਗੁਰੂ। एक बड़ा ही ऐसा समा है कि ਅਸੀਂ ਵਿਦਿਆ ਤੋਂ ਦੂਰ ਹੁੰਦੇ ਜਾ ਰਹੇ ਹਾਂ, ਬਾਹਰ ਜਾ ਕੇ ਵੀ ਲੇਬਰ ਦੇ ਕੰਮ ਕਰ ਰਹੇ ਹਾਂ। ਸਾਊਥ ਦੇ ਬੱਚੇ ਬਾਹਰ ਜਾਂਦੇ ਨੇ, ਉਹ ਟੈਕਸੀ ਵਿੱਚ ਬੈਠਦੇ ਨੇ ਤੇ ਅਸੀਂ ਉੱਥੇ ਟੈਕਸੀ ਚਲਾਉਂਦੇ ਹਾਂ। ਅਸੀਂ ਕਿੱਲੇ ਕੇ ਜਾਂਦੇ ਹਾਂ, ਕਰਜ਼ੇ ਲੈ ਕੇ ਜਾਂਦੇ ਹਾਂ, ਔਰ ਫਿਰ ਉੱਥੇ ਜਦੋਂ ਗੱਲ ਨਹੀਂ ਬਣਦੀ ਤੇ ਵਾਪਸ ਮੁੜਨ ਜੋਗੇ ਵੀ ਨਹੀਂ ਰਹਿੰਦੇ। ਮੈਨੂੰ ਇੱਕ ਸੱਜਣ ਨੇ ਗੱਲ ਕਹੀ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਕਿਸਾਨਾਂ ਦੀ ਖੁਦਕੁਸ਼ੀਆਂ ਰੋਕਣ ਲਈ ਕੰਮ ਕਰ ਰਹੇ ਹੋ। ਉਹ ਕਹਿੰਦੇ ਜੀ ਆਉਣ ਵਾਲੇ 10-15 ਸਾਲਾਂ 'ਚ ਇਹੀ ਕੰਮ ਕੈਨੇਡਾ 'ਚ ਹੋਏਗਾ, ਕਿਉਂਕਿ ਜਿੰਨੀ ਵੱਡੀ ਗਿਣਤੀ ਵਿੱਚ ਸਾਡੇ ਨੌਜਵਾਨ ਉੱਥੇ ਜਾ ਰਹੇ ਨੇ, ਉਹਨਾਂ ਵੱਡਾ ਪ੍ਰਬੰਧ ਸੰਭਾਲਣ ਦਾ ਤੇ ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਜਾਂ ਉਹਨਾਂ ਦੇ ਆਚਾਰ ਨੂੰ ਅੱਛਾ ਰੱਖਣ ਦਾ ਸਾਡੇ ਕੋਲ ਨਹੀਂ ਹੈ। ਇੱਕ ਚਿੰਤਾ ਦਾ ਵਿਸ਼ਾ ਹੈ ਤੇ ਧਿਆਨ ਮੰਗਦਾ ਹੈ। ਸੋ ਇਸ ਗੱਲ ਲਈ ਇਸ ਵਾਰ ਫੁਰਨਾ ਬਣਿਆ ਕਿ ਵਿਸਾਖੀ ਦੇ ਸਮੇਂ ਅਸੀਂ ਵਿਦਿਅਕ ਪ੍ਰਫੁੱਲਤਾ ਦੀ ਗੱਲ ਕਰੀਏ, ਐਕੈਡੈਮਿਕ ਐਕਸੀਲੈਂਸ ਆਫ ਸਾ। ਹਾਲੇ ਸਾਡੇ ਗੁਰਦੁਆਰਿਆਂ ਦੇ ਵਿੱਚ ਸ਼ਹੀਦਾਂ ਦੀਆਂ ਬਿਰਤਾਂਤ ਅਸੀਂ ਪੜ੍ਹੇ ਨੇ, ਸੁਣੇ ਨੇ, ਸੁਣਾਏ ਨੇ ਤੇ ਸ਼ਹੀਦ ਪੈਦਾ ਕਰ ਕਮਾਲ ਦੀ ਗੱਲ, ਮੌਤ ਦਾ ਕੋਈ ਡਰ ਹੀ ਨਹੀਂ ਖਾਲਸੇ ਨੂੰ। ਕਰੋਨਾ ਦੇ ਸਮੇਂ ਦੇ ਵਿੱਚ ਔਰ ਉਸ ਤੋਂ ਬਾਅਦ ਦੌਰਾਨ ਹੀ ਇਹ ਕਿਸਾਨ ਸੰਘਰਸ਼ ਦੇ ਸਮੇਂ ਦੇ ਵਿੱਚ ਇਹ ਗੱਲਾਂ ਸਾਰੇ ਸੰਸਾਰ ਨੇ ਵੇਖੀਆਂ ਕਿ ਇਹ ਕੋਈ ਐਸੇ ਲੋਕ ਨੇ ਜਿਨ੍ਹਾਂ ਦੇ ਮਨ 'ਚ ਮੌਤ ਦਾ ਡਰ ਹੀ ਨਹੀਂ। ਦੂਜੀ ਗੱਲ, ਇਹ ਸਭ ਦੀ ਸੇਵਾ ਕਰਨ 'ਚ ਖੁਸ਼ੀ ਮਹਿਸੂਸ ਕਰਦੇ ਨੇ। ਇਹ ਕਿਉਂ ਹੈ? ਕਿਉਂਕਿ ਪਿਛਲੇ 100 ਸਾਲਾਂ ਵਿੱਚ ਸਾਡੇ ਪ੍ਰਚਾਰ ਦਾ ਆਧਾਰ ਹੀ ਇਹ ਰਿਹਾ ਹੈ ਕਿ ਅਸੀਂ ਸੇਵਾ ਕਰੀਏ ਤੇ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਇਹ ਬਿਲਕੁਲ ਠੀਕ ਹੈ, ਕਰਨਾ ਵੀ ਹੈ, ਅਸੀਂ ਛੱਡਣੀ ਨਹੀਂ, ਸੇਵਾ ਵੀ ਨਹੀਂ ਛੱਡਣੀ, ਲੰਗਰ ਵੀ ਨਹੀਂ ਛੱਡਣਾ, ਪਰ ਉਹਦੇ ਨਾਲ ਨਾਲ ਵਿਦਿਅਕ ਪੱਖ ਜਿਹੜਾ ਹੈ ਉਹ ਸਾਡਾ ਇਗਨੋਰ ਹੁੰਦਾ ਗਿਆ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਯਾਦ ਕਰਦੇ ਹਾਂ, ਅਨੋਖੇ ਅਮਰ ਸ਼ਹੀਦ ਕਰਕੇ। ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ, ਪਰ ਉਹਨਾਂ ਦੀ ਵਿਦਵਤਾ ਦੀ ਗੱਲ ਹੀ ਨਹੀਂ ਕਰਦੇ। ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਸਾਡੇ ਵਿਦਵਾਨ। ਮੇਰਾ ਮਨ ਕਰਦਾ ਹੈ ਕਿ ਹੁਣ ਸਮਾਂ ਹੈ ਕਿ ਅਸੀਂ ਆਪਣੀ ਕੌਮ ਵਿੱਚ ਵਿਦਿਆ ਦੀ ਗੱਲ, ਵਿਦਵਤਾ ਦੀ ਗੱਲ, ਵਿਦਵਾਨਾਂ ਦੀ ਗੱਲ, ਐਕੈਡੈਮਿਕ ਐਕਸੀਲੈਂਸ ਦੀ ਗੱਲ ਜੇ ਤੋਰਨੀ ਸ਼ੁਰੂ ਕਰਾਂਗੇ ਤੇ ਭਵਿੱਖ ਸਾਡਾ ਬੜਾ ਚੰਗਾ ਹੋ ਸਕਦਾ ਹੈ। ਸੋ ਇਸ ਫੋਕਸ ਦੇ ਨਾਲ ਅੱਜ ਅਸੀਂ ਇਹ ਵਿਚਾਰ ਕਰ ਰਹੇ ਹਾਂ ਕਿ ਆਓ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਾਈਏ। ਤੇ ਕਿਵੇਂ ਦੀ ਪੜ੍ਹਾਈ ਕਰਾਈਏ, ਉਹਦੇ ਲਈ ਕਿਹੜੇ-ਕਿਹੜੇ ਕੰਮ ਕਰੀਏ, ਉਹ 3 ਸੱਸੇ 3 ਐਸ ਦੇ ਵਿੱਚ ਸੰਖੇਪ ਰੂਪ ਵਿੱਚ ਅਸੀਂ ਉਹਨੂੰ ਸਮਝ ਸਕਦੇ ਹਾਂ। ਸਭ ਤੋਂ ਪਹਿਲਾ ਸੱਸਾ ਹੈ ਸੈਲਫ ਸਟੱਡੀ, ਆਪ ਪੜ੍ਹਾਈ ਕਰਨੀ। ਦੂਜਾ ਹੈ ਸਕਿੱਲਸ, ਹੁਨਰ, ਤੇ ਤੀਸਰਾ ਹੈ ਸਕਾਲਰਸ਼ਿਪਸ, ਵਜੀਫੇ। ਛੱਡੋ ਜੀ, ਹੁਣ ਗਈ ਆਈਲੈਟਸ ਦੀ ਵਾਰੀ, ਅਫਸਰ ਤੇ ਆਗੂ ਬਣਨ ਦੀ ਕਰੋ ਤਿਆਰੀ। ਇਹੋ ਜਿਹੇ ਨਾਰੇ, ਇਹੋ ਜਿਹੀ ਲਹਿਰਾਂ, ਇਸ ਤਰ੍ਹਾਂ ਦੀ ਉਤਸ਼ਾਹ ਅਸੀਂ ਜੇ ਆਪਣੇ ਨੌਜਵਾਨਾਂ ਨੂੰ ਦਿਆਂਗੇ ਤੇ ਮੈਨੂੰ ਭਰੋਸਾ ਹੈ ਕਿ ਅਸੀਂ ਇਕੱਲੇ ਆਈਲੈਟਸ ਤੱਕ ਸੀਮਤ ਨਹੀਂ ਰਵਾਂਗੇ। ਅਫਸਰ ਤੇ ਆਗੂ, ਲੀਡਰ ਬਣਨ ਦੀ ਸਾਡੇ ਅੰਦਰ ਭਾਵਨਾ ਪੈਦਾ ਹੋਏਗੀ। ਸੋ ਇਹ 3 ਸੱਸੇ ਕੀ ਨੇ, ਇਹਨਾਂ ਨੂੰ ਕਿਵੇਂ ਅਸੀਂ ਕਰ ਸਕਦੇ ਹਾਂ? ਇਹ ਬਹੁਤ ਹੀ ਸੌਖੇ ਨੇ, ਸਿਰਫ ਸਾਨੂੰ ਆਪਣੀ ਸੋਚ ਵਿੱਚ ਥੋੜੀ ਜਿਹੀ ਬਦਲਾਹਟ ਕਰਨ ਦੀ ਲੋੜ ਹੈ। ਜਿਵੇਂ ਸੈਲਫ ਸਟੱਡੀ ਕੀ ਹੁੰਦਾ ਹੈ? ਆਪ ਪੜ੍ਹਨਾ। ਹੁਣ ਤੱਕ ਕੀ ਹੈ, ਅਸੀਂ ਟਿਊਸ਼ਨਾਂ ਤੇ ਕੋਚਿੰਗ ਸੈਂਟਰਾਂ ਤੇ ਜਾਂਦੇ ਹਾਂ, ਟੀਚਰ ਸਾਰਾ ਸਵਾਲ ਹੱਲ ਕਰ ਦਿੰਦਾ, ਅਸੀਂ ਰੱਟਾ ਲਾ ਕੇ ਤੇ ਉਹਨੂੰ ਯਾਦ ਕਰ ਲੈਂਦੇ ਹਾਂ ਤੇ ਇਮਤਿਹਾਨ 'ਚ ਉਹੋ ਜਿਹੇ ਉਹਦੇ ਨਾਲ ਮਿਲਦੇ ਜੁਲਦੀ ਚੀਜ਼ ਆਉਂਦੀ ਹੈ ਤੇ ਅਸੀਂ ਉਹਨੂੰ ਉੱਥੇ ਲਿਖ ਆਉਂਦੇ ਹਾਂ। ਲੇਕਿਨ ਸਿੱਖਣ ਦੀ ਜਾਗ, ਸਿੱਖਣ ਦਾ ਚਾਅ, ਆਪ ਮਿਹਨਤ ਕਰਕੇ ਕਿਸੇ ਗੱਲ ਦੀ ਗਹਿਰਾਈ ਤੱਕ ਪਹੁੰਚਣਾ, ਇਹ ਸਾਡੀ ਵਿਦਿਆ ਦੇ ਸਿਸਟਮ ਵਿੱਚੋਂ ਚਲਾ ਗਿਆ। ਸਭ ਕੁਝ ਬਣਿਆ ਬਣਾਇਆ ਲੈਂਦੇ ਸੀ, ਹੁਣ ਵਿਦਿਆ ਵੀ ਅਸੀਂ ਬਣੀ ਬਣਾਈ ਪੱਕੀ ਪਕਾਈ ਲੈਣੀ ਸ਼ੁਰੂ ਕਰ ਦਿੱਤੀ। ਮੇਰਾ ਮੰਨਣਾ ਹੈ ਜੇ ਅਸੀਂ ਆਪਣੇ ਬੱਚਿਆਂ ਨੂੰ ਸੈਲਫ ਸਟੱਡੀ ਦੀ ਆਦਤ ਪਾ ਦਾਂਗੇ, ਉਹਦੇ ਬਹੁਤ ਹੀ ਫਾਇਦੇ ਹੋਣਗੇ। ਪਹਿਲੀ ਗੱਲ ਤੇ ਪੈਸਾ ਬਰਬਾਦ ਹੋਣਾ ਖਤਮ ਹੋਏਗਾ। ਦੂਜੀ ਗੱਲ, ਜਿਹੜਾ ਸਮਾਂ
ਜਾਣ ਆਉਣ ਦੇ ਵਿੱਚ ਵੇਸਟ ਹੁੰਦਾ ਹੈ, ਉਹ ਖਤਮ ਹੋਏਗਾ। ਤੀਜੀ ਗੱਲ, ਜਿਹੜੀ ਅੱਜ ਕੱਲ੍ਹ ਦੇ ਕੋਚਿੰਗ ਸੈਂਟਰ ਬੜੇ ਅਜੀਬ ਤਰ੍ਹਾਂ ਦੇ ਬੱਚਿਆਂ ਦੇ ਮਿਲਣ ਦੇ ਪੁਆਇੰਟ ਬਣ ਗਏ ਨੇ, ਉੱਥੇ ਪੜ੍ਹਾਈ ਘੱਟ ਹੁੰਦੀ ਹੈ ਤੇ ਮੇਲ ਜੋਲ ਵੱਧ ਹੁੰਦਾ ਹੈ। ਔਰ ਜੇ ਕੋਚਿੰਗ ਸੈਂਟਰਾਂ ਦੇ ਅਸੀਂ ਅੰਕੜੇ ਦੇਖੀਏ, ਚੰਡੀਗੜ੍ਹ ਦੇ, ਬਠਿੰਡੇ ਦੇ ਬੜੇ ਕੋਚਿੰਗ ਸੈਂਟਰ, ਉਹਨਾਂ ਦੇ ਆਲੇ ਦੁਆਲੇ ਪੀਜੀ, ਲਾਟਰੀ ਲੱਗੀ ਹੋਈ ਹੈ ਉਹਨਾਂ ਲੋਕਾਂ ਦੀ। 7,000, 10,000, 12,000, 15,000 ਚ ਇੱਕ ਕਮਰਾ, ਉਹਦੇ ਵਿੱਚ ਵੀ 3-3, 4-4 ਬੱਚੇ। ਤੇ ਜੇ ਅੰਕੜੇ ਉਹਨਾਂ ਦੇ ਦੇਖੀਏ ਤੇ ਕਿਸੇ ਕੋਚਿੰਗ ਸੈਂਟਰ ਦੀ ਸਕਸੈਸ ਰੇਟ ਜਿਹੜੀ ਹੈ 5%, 10% ਦੇ ਨੇੜੇ ਤੇੜੇ ਹੈ, ਕਿਸੇ ਦੀ ਥੋੜੀ ਬਹੁਤ ਹੋਰ ਵੱਧ ਜਾਏਗੀ। 80%, 90% ਬੱਚੇ ਜਿਹੜੇ ਉਹਨਾਂ ਕੋਚਿੰਗ ਸੈਂਟਰਾਂ ਤੇ ਜਾਂਦੇ ਨੇ, ਉਹ ਫਰਸਟ੍ਰੇਟ ਹੋ ਕੇ ਤੇ ਵਿਗੜ ਕੇ ਵਾਪਸ ਆਉਂਦੇ। ਮੈਂ ਦੀ ਕੁਝ ਪਰਸਨਲ ਐਗਜ਼ਾਮਪਲਸ ਜਿਨ੍ਹਾਂ ਨੂੰ ਮੈਂ ਨੇੜਿਓਂ ਦੇਖਿਆ, ਡੇਰਾ ਬਾਬਾ ਨਾਨਕ ਦੇ ਇੱਕ ਕੀਰਤਨੀਏ ਸਿੰਘ ਦੀ ਬੱਚੀ, ਉਹਨੇ 11ਵੀਂ ਤੋਂ ਕਿੱਥੇ ਡੇਰਾ ਬਾਬਾ ਨਾਨਕ ਬਾਰਡਰ ਤੋਂ ਉਹਨੇ ਚੰਡੀਗੜ੍ਹ ਭੇਜਤੀ ਕੋਚਿੰਗ ਲੈਣ ਵਾਸਤੇ, 2-3 ਲੱਖ ਰੁਪਈਆ ਲਾ ਦਿੱਤਾ। ਤੇ ਉਹ ਬੱਚੀ 12ਵੀਂ ਦੇ ਵਿੱਚ ਕੋਚਿੰਗ ਵਿੱਚੋਂ ਛੱਡ ਕੇ ਘਰ ਆ ਗਈ, ਕਹਿੰਦੀ ਮੈਂ ਨਹੀਂ ਜਾਣਾ। ਉਹਨਾਂ ਨੇ ਮੈਨੂੰ ਫੋਨ ਕੀਤਾ, ਕਿਤੇ ਬੜੇ ਪੁਰਾਣੇ, ਮੈਂ ਉੱਥੇ ਕੈਂਪ ਤੇ ਗਿਆ ਸੀਗਾ, ਕੋਈ ਨੰਬਰ ਲੱਭ ਲਿਆ ਉਹਨਾਂ ਤੇ, ਕਹਿੰਦੇ ਜੀ ਬੜੀ ਮੁਸ਼ਕਿਲ ਹੈ ਤੇ ਮਿਲੋ, ਮੈਂ ਤੁਹਾਡੇ ਨਾਲ ਮਿਲਣਾ ਹੈ। ਮੈਂ ਕਿਹਾ ਕਦੇ ਨਹੀਂ, ਅੰਮ੍ਰਿਤਸਰ ਆਵਾਂਗੇ, ਤੁਹਾਨੂੰ ਬੁਲਾ ਲਾਂਗੇ। ਕਹਿੰਦੇ ਨਹੀਂ ਜੀ ਅਰਜੈਂਟ ਹੈ, ਲੁਧਿਆਣੇ ਆ ਜਾਂਦੇ ਆ। ਮੇਰੇ ਕੋਲ ਯੂਨੀਵਰਸਿਟੀ ਦਫ਼ਤਰ ਵਿੱਚ ਆ ਗਏ, ਬੱਚੀ, ਮਾਤਾ ਪਿਤਾ ਤਿੰਨੋਂ ਜਣੇ ਮੇਰੇ ਕਮਰੇ 'ਚ ਬੈਠੇ। ਤੇ ਬੱਚੀ ਨੇ ਜਦੋਂ ਮੈਨੂੰ ਉੱਥੇ ਦੇ ਹਾਲਾਤ ਦੱਸੇ ਵੀ ਕੋਚਿੰਗ ਸੈਂਟਰਾਂ ਦੇ ਵਿੱਚ ਕੀ ਹੁੰਦਾ ਹੈ ਤੇ ਬਾਹਰ ਪੀਜੀ ਵਿੱਚ ਕੀ ਹੁੰਦਾ ਹੈ, ਮੈਨੂੰ ਕਹਿੰਦੀ ਅੰਕਲ ਮੁੰਡੇ ਤਾਂ ਕੀ, ਕੁੜੀਆਂ ਵੀ ਸਮੋਕਿੰਗ ਕਰਦੀਆਂ ਨੇ, ਨਸ਼ਾ ਲੈਂਦੇ ਨੇ, ਹੋਰ ਹਰ ਤਰ੍ਹਾਂ ਦਾ ਜਿਹੜਾ ਗਲਤ ਕੰਮ ਇਸ ਉਮਰ ਵਿੱਚ ਬੱਚੇ ਕਰਦੇ ਨੇ, ਉਹ ਉੱਥੇ ਹੋ ਰਹੇ ਨੇ। ਸੋ ਨਟ ਸ਼ੈਲ ਦੇ ਵਿੱਚ ਅਸੀਂ ਅਗਰ ਗੱਲ ਕਰੀਏ ਕਿ ਅਸੀਂ ਕੋਚਿੰਗ ਦੇ ਨਾਂ ਤੇ ਬੱਚਿਆਂ ਨੂੰ, ਉਹਨਾਂ ਦਾ ਜੀਵਨ ਤਬਾਹ ਹੋ ਰਿਹਾ ਰਾਦਰ। ਤੇ ਪੇਰੈਂਟਸ ਦਾ ਸਾਡਾ ਸੁਭਾਅ ਇਹ ਬਣ ਗਿਆ, ਜਦੋਂ ਅਸੀਂ ਕਹਿੰਦੇ ਨਾ ਪੜ੍ਹਾਈ ਕਰਾਓ, ਪੜ੍ਹਾਈ ਕਰਾਓ, ਪੜ੍ਹਾਈ ਕਰਾਓ, ਪੇਰੈਂਟਸ ਸੋਚਦੇ ਨੇ ਵੀ ਪੈਸੇ ਦੇ ਦਾਂਗੇ ਤੇ ਪੜ੍ਹਾਈ ਵੀ ਹੋ ਜਾਏਗੀ। ਹੁਣ ਮੈਂ ਕਹਿਣਾ ਸ਼ੁਰੂ ਕੀਤਾ, ਬਿਨਾਂ ਪੈਸੇ ਦਿੱਤੇ ਪੜ੍ਹਾਈ ਕਰਾਓ। ਹਾਂਜੀ ਸੰਗਤ ਜੀ, ਇਹ ਪੋਸੀਬਲ ਜੇ, ਬਿਨਾਂ ਪੈਸੇ ਦਿੱਤੇ ਪੜ੍ਹਾਈ ਹੋ ਸਕਦੀ ਜੇ। ਹਰ ਤਰ੍ਹਾਂ ਦੇ ਟੈਸਟ ਬਿਨਾਂ ਕੋਚਿੰਗ ਦੇ, ਬਿਨਾਂ ਟਿਊਸ਼ਨਾਂ ਦੇ ਕੀਤੇ ਜਾ ਸਕਦੇ ਨੇ। ਔਰ ਹੁਣ ਜਿਹੜਾ ਸਮਾਂ ਟੈਕਨੋਲੋਜੀ ਦਾ ਸਮਾਂ ਹੈ, ਮੈਂ ਤੇ ਕਹਿੰਦਾ ਨਾ ਹੁਣ ਟੈਕ ਸੇਵਾ ਕਰਨੀ ਚਾਹੀਦੀ ਹੈ ਜੀ। TECH ਅੱਗੇ ਸੇਵਾ, ਟੈਕ ਸੇਵਾ ਕਿਹੜੀ ਹੋਈ ਜੀ? ਟੈਕਨੋਲੋਜੀ ਦੀ ਸੇਵਾ। ਆਪਣੇ ਬੱਚਿਆਂ ਨੂੰ ਟੈਕਨੋਲੋਜੀ ਵਰਤਣ ਦੀ ਆਦਤ ਪਾਈਏ, ਉਹਦੀ ਕਿਵੇਂ ਸੁਵਰਤੋਂ ਕਰਨੀ। ਔਰ ਕਿੰਨੀ ਕਮਾਲ ਦੀ ਗੱਲ, ਅੱਜ YouTube ਤੇ ਹਰ ਸਬਜੈਕਟ ਦੀਆਂ ਵੀਡੀਓਜ਼ ਅਵੇਲੇਬਲ ਜੀ, ਉਹ ਵੀ ਫ੍ਰੀ। ਇੱਕ ਬੱਚੀ 12ਵੀਂ ਪੜ੍ਹਦੀ, ਉਹਨੂੰ ਸਕੂਲ ਦੇ ਵਿੱਚ ਇਕਨੋਮਿਕਸ ਦਾ ਟੀਚਰ ਵਧੀਆ ਨਹੀਂ ਮਿਲਿਆ, ਘਰੇ ਆ ਕੇ ਬਾਰ-ਬਾਰ ਕਵੇ ਪਾਪਾ ਮੇਰੀ ਇਕਨੋਮਿਕਸ ਦੀ ਟੀਚਰ ਜਿਹੜੀ ਹੈ ਉਹ ਕੁਝ ਅੱਛਾ ਨਹੀਂ ਪੜ੍ਹਾਉਂਦੀ, ਸਾਨੂੰ ਸਮਝ ਨਹੀਂ ਆਉਂਦਾ, ਛੁੱਟੀਆਂ ਬੜੀ ਕਰਦੀ ਹੈ, ਮੈਨੂੰ ਇਹ ਨਹੀਂ ਸਮਝ ਆਇਆ, ਇਹ ਨਹੀਂ ਸਮਝ ਆਇਆ। ਉਹਦੇ ਪਾਪਾ ਨੇ ਕਿਸੇ ਆਪਣੇ ਦੋਸਤ ਇਕਨੋਮਿਸਟ ਕੋਲ ਲੈ ਗਏ ਵੀ ਇਹ ਮੇਰੀ ਬੱਚੀ ਨੂੰ ਇਹ ਕਨਸੈਪਟ ਸਮਝਾ ਦਿਓ। ਉਹਨੇ ਸਮਝਾਇਆ, ਬੱਚੀ ਘਰ ਆ ਕੇ ਕਹਿੰਦੀ ਅੱਗੇ ਨਾਲੋਂ ਥੋੜਾ ਜਿਹਾ ਕਲੀਅਰ ਹੋਇਆ, ਪਰ ਹਾਲੀ ਵੀ ਕਲੈਰਿਟੀ ਪੂਰੀ ਨਹੀਂ ਆਈ। ਕਹਿੰਦੇ ਕੀ ਕਰੀਏ ਫਿਰ? ਇੱਕ ਦਿਨ ਬੱਚੀ ਨੇ YouTube ਤੇ ਉਸ ਕਨਸੈਪਟ ਬਾਰੇ ਸਰਚ ਪਾ ਦਿੱਤੀ। ਇਹ ਸਰਚ ਪਾਣੀ ਵੀ ਬੜਾ ਇੱਕ ਕਮਾਲ ਦੀ ਇੱਕ ਸਕਿੱਲ ਹੈਗੀ ਹੈ, ਵੀ ਤੁਸੀਂ ਕਿਹੜੇ ਸਬਜੈਕਟ, ਕਿਹੜੇ ਅੱਖਰ ਲਿਖਦੇ ਹੋ ਜਿਹਦੇ ਨਾਲ ਤੁਹਾਨੂੰ ਰਾਈਟ ਚੀਜ਼ ਲੱਭ ਜਾਂਦੀ ਹੈ। ਜੇ ਅਸੀਂ ਲਿਖਾਂਗੇ ਨਾ 12th ਕਲਾਸ ਇਕਨੋਮਿਕਸ, ਫਿਰ ਕੁਝ ਨਹੀਂ ਮਿਲੇਗਾ। ਪਰ ਜਿਹੜਾ ਉਹ ਕਨਸੈਪਟ ਨਹੀਂ ਸਮਝ ਆਇਆ, ਉਹਦੇ ਵਿੱਚੋਂ ਕੋਈ ਕੀਵਰਡਸ ਲਿਖ ਕੇ ਸਰਚ ਕਰਾਂਗੇ ਤੇ ਸਾਨੂੰ ਹੋ ਸਕਦਾ ਹੈ ਅੱਛੀ ਚੀਜ਼ ਮਿਲ ਜਾਏ। ਮੁੱਕਦੀ ਗੱਲ ਜੀ, ਉਸ ਬੱਚੀ ਨੂੰ 5-6 ਵੀਡੀਓਜ਼ ਮਿਲ ਗਈਆਂ, ਉਹਨੇ ਡਾਊਨਲੋਡ ਕਰ ਲਈਆਂ। ਉਹਨਾਂ ਚੋਂ ਇੱਕ ਵੀਡੀਓ ਉਹਨੂੰ ਚੰਗੀ ਲੱਗੀ, ਉਹਨੇ 4-5 ਵਾਰੀ ਸੁਣੀ। 4-5 ਵਾਰੀ ਕਿਉਂ ਜੀ? ਕਿਉਂਕਿ ਉਹ ਬਾਹਰ ਵਾਲੇ ਲੋਕ ਅੰਗਰੇਜ਼ੀ ਥੋੜੀ ਤੇਜ਼ ਬੋਲਦੇ ਨੇ ਤੇ ਸਾਨੂੰ ਇੰਡੀਅਨਸ ਨੂੰ ਆਦਤ ਨਹੀਂ ਤੇ ਸਮਝਣ ਨੂੰ ਸਮਾਂ ਲੱਗਦਾ। ਜਦੋਂ 4-5 ਵਾਰੀ ਸੁਣੀ ਤੇ ਉਹ ਬੱਚੀ ਬੜੀ ਖੁਸ਼ ਵੀ ਆ, ਜਿਹੜਾ ਕਨਸੈਪਟ ਮੇਰਾ ਟੀਚਰ ਨਹੀਂ ਸਮਝਾ ਸਕਿਆ, ਮੇਰੇ ਪਾਪਾ ਦਾ ਦੋਸਤ ਨੇ ਇਕਨੋਮਿਸਟ ਨਹੀਂ ਸਮਝਾ ਸਕਿਆ, ਇਹ ਤੇ ਮੈਨੂੰ YouTube ਤੇ ਫ੍ਰੀ ਵਿੱਚ ਸਮਝ ਆ ਗਿਆ। ਸੰਗਤ ਜੀ ਕਮਾਲ ਦੀ ਗੱਲ, ਇਹ ਕਰਦੇ ਕਰਦੇ ਉਸ ਬੱਚੀ ਨੇ ਉਸ ਸਮੇਂ ਦੇ ਜਿਹੜੇ ਨੋਬਲ ਲਾਰੀਏਟ, ਹੁਣ ਤਾਂ ਉਹਨਾਂ ਦੀ ਡੈਥ ਹੋ ਗਈ, ਸ਼ਾਇਦ ਪਾਲ ਸੈਮੁਲਸਨ ਨਾਮ ਸੀਗਾ,
ਉਹਨਾਂ ਦੀ ਵੀਡੀਓਜ਼ ਦੇਖੀ ਤੇ ਉਹਨਾਂ ਨੂੰ ਈਮੇਲ ਕੀਤੀ ਤੇ ਉਸ ਨੋਬਲ ਲੌਰੀਏਟ ਨੇ ਉਸ ਬੱਚੀ ਦੀ ਈਮੇਲ ਦਾ ਜਵਾਬ ਦਿੱਤਾ। ਉਸ ਬੱਚੀ ਨੇ ਲਿਖਿਆ ਕਿ ਸਰ ਤੁਸੀਂ ਇਸ ਵਿਸ਼ੇ ਤੇ ਵੀ ਪਾ ਦਿਓ ਆਪਣੀ ਵੀਡੀਓ। ਉਹਨੇ ਪ੍ਰੋਮਿਸ ਕੀਤਾ ਕਿ ਮੈਂ ਇਹਦੇ ਤੇ ਵੀ ਪਾ ਦਿਆਂਗਾ। ਕਮਾਲ ਦੀ ਗੱਲ। ਤੁਸੀਂ ਵਰਲਡ ਦੇ ਟੌਪ ਦੇ ਇਕੋਨੋਮਿਸਟ ਕੋਲੋਂ ਕੋਈ ਚੀਜ਼ ਪੜ੍ਹ ਰਹੇ ਹੋ, ਉਹ ਵੀ ਫ੍ਰੀ, ਉਹ ਵੀ ਘਰ ਬੈਠੇ। ਸੋ ਇਸ ਟੈਕਨੋਲੋਜੀ ਦਾ ਯੂਜ਼ ਕਰਨਾ ਬੜਾ ਜ਼ਰੂਰੀ ਹੈ। ਸਾਨੂੰ ਪਿੰਡਾਂ ਦੇ, ਸ਼ਹਿਰਾਂ ਦੇ ਬੱਚਿਆਂ ਨੂੰ ਬਾਰ-ਬਾਰ ਸਾਡੇ ਗੁਰਦੁਆਰਿਆਂ 'ਚ ਇਹ ਕਥਾਵਾਚਕ ਪ੍ਰੇਰਨਾ ਕਰਨ ਕਿ ਬੱਚਿਓ ਸੈਲਫ ਸਟੱਡੀ ਕਰੋ, ਸੈਲਫ ਸਟੱਡੀ ਕਰੋ। ਗਿਰ ਗਿਰ ਕੇ, ਗਲਤੀਆਂ ਕਰ ਕਰਕੇ ਸਿੱਖੋ। ਮੁਸ਼ਕਿਲਾਂ ਆਣਗੀਆਂ, ਨਹੀਂ ਸਮਝ ਆਇਆ, ਫਿਰ ਕੋਸ਼ਿਸ਼ ਕੀਤੀ, ਇਧਰੋਂ ਪੁੱਛਿਆ, ਇਧਰੋਂ ਲੱਭਿਆ। ਜਦੋਂ ਬਣੀ ਬਣਾਈ ਚੀਜ਼ ਲੱਭ ਜਾਂਦੀ ਹੈ, ਫਿਰ ਅਸੀਂ ਉਹਦੀ ਕਦਰ ਨਹੀਂ ਪਾਉਂਦੇ, ਨਾ ਹੀ ਸਾਨੂੰ ਉਹ ਕਨਸੈਪਟ ਕਲੀਅਰ ਹੁੰਦੇ। ਸੋ ਪਹਿਲਾ ਸੱਸਾ ਬਹੁਤ ਇੰਪੋਰਟੈਂਟ ਸਾਡੇ ਐਕੈਡੈਮਿਕ ਐਕਸੀਲੈਂਸ ਲਈ, ਵਿਦਿਅਕ ਪ੍ਰਫੁੱਲਤਾ ਲਈ, ਉਹ ਹੈ ਸੈਲਫ ਸਟੱਡੀ। ਦੂਜਾ ਸੱਸਾ ਹੈ ਸਕਿੱਲਸ। ਸਕਿੱਲ ਦਾ ਵੈਸੇ ਐਗਜ਼ੈਕਟ ਬਣੇਗਾ ਹੁਨਰ। ਗੁਣ ਵੀ ਨੇ, ਵਰਚੂਜ਼ ਵੀ ਹੈਗੀਆਂ ਨੇ। ਅਸੀਂ ਕਹਿਣਾ ਸ਼ੁਰੂ ਕੀਤਾ ਸਕਿੱਲਸ ਨਾਟ ਸਰਟੀਫਿਕੇਟਸ। ਡਿਗਰੀਆਂ ਨਹੀਂ, ਗੁਣ, ਹੁਨਰ। BA BSc, ਅੱਗੇ ਕਹਿੰਦੇ ਸੀ BA ਕਰਨ ਨਾਲ ਨੌਕਰੀ ਨਹੀਂ ਮਿਲਦੀ, MA ਨਾਲ ਨੌਕਰੀ ਨਹੀਂ ਮਿਲਦੀ, ਹੁਣ BSc MSc ਕਰਨ ਨਾਲ ਵੀ ਨਹੀਂ ਮਿਲਦੀ ਜੇ। ਹੋਰ ਛੱਡੋ, MBA ਕਰਕੇ ਵੀ 5,000 10,000 ਦੀ ਨੌਕਰੀ ਮਿਲ ਰਹੀ ਹੈ। BTech MTech ਬੱਚੇ ਵੀ ਜਿਹੜੇ ਨੇ ਉਹ ਰੁਲਦੇ ਦੇਖ ਰਹੇ ਹਾਂ ਅਸੀਂ। ਫਿਰ ਕੀ ਕਰੀਏ ਜੀ? ਡਿਗਰੀਆਂ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ। ਅਸੀਂ ਕਹਿੰਦੇ ਆ ਵੀ ਹੁਣ ਡਿਗਰੀਆਂ ਦੇ ਨਾਲ ਸਕਿੱਲਸ ਹਾਸਲ ਕਰੋ। ਇਹ ਸਕਿੱਲ ਕੀ ਨੇ ਜੀ? ਸੌਖੀ ਭਾਸ਼ਾ 'ਚ ਹੱਥੀਂ ਕੰਮ ਕਰਨਾ, ਪ੍ਰੈਕਟੀਕਲ ਕੰਮ ਕਰਨਾ। ਹੋਰ ਵਧੀਆ ਭਾਸ਼ਾ ਵਿੱਚ ਅੱਜ ਕੱਲ੍ਹ ਸਕਿੱਲਸ ਦੇ ਬਾਰੇ ਕਹਿਣਾ ਸ਼ੁਰੂ ਕੀਤੇ ਨੇ ਕਿ ਯੂ ਮਸਟ ਲਰਨ ਸੌਫਟ ਸਕਿੱਲਸ। ਪਹਿਲਾਂ ਮੈਂ ਸੋਚਦਾ ਸੀ ਸੌਫਟ ਪਤਲੀਆਂ ਪਤਲੀਆਂ, ਪੋਲੀਆਂ ਪੋਲੀਆਂ। ਨਹੀਂ, ਸੌਫਟ ਸਕਿੱਲ ਹੈ ਤੁਹਾਡੀ ਕਮਿਊਨੀਕੇਸ਼ਨ, ਤੁਹਾਡੀ ਰਾਈਟਿੰਗ ਸਕਿੱਲ, ਤੁਹਾਡੀ ਪਬਲਿਕ ਸਪੀਕਿੰਗ ਸਕਿੱਲ, ਤੁਹਾਡੀ ਲਿਸਨਿੰਗ ਸਕਿੱਲ। ਹਾਂ, ਸੁਣਨਾ ਵੀ ਇੱਕ ਸਕਿੱਲ ਹੈ। ਤੁਹਾਡੇ ਨੋਟਸ ਟੇਕਿੰਗ ਦੀ ਸਕਿੱਲ। ਫਿਰ ਟੈਕਨੋਲੋਜੀ ਦੀਆਂ ਸਕਿੱਲਸ। ਹਰੇਕ ਜਣੇ ਨੂੰ ਵੀਡੀਓ ਐਡੀਟਿੰਗ, ਗ੍ਰਾਫਿਕ ਡਿਜ਼ਾਈਨਿੰਗ, ਬੇਸਿਕ ਸਰਫਿੰਗ, ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ। ਔਰ ਫਿਰ ਉਹਦੇ ਨਾਲ ਨਾਲ ਲਾਈਫ ਸਕਿੱਲਸ, ਤੁਹਾਡੀ ਪੇਸ਼ੈਂਸ, ਤੁਹਾਡੀ ਪੰਕਚੁਅਲਿਟੀ, ਤੁਹਾਡਾ ਡਿਸਿਪਲਿਨ। ਵੈਸੇ ਅਸੀਂ ਇਹਨੂੰ ਕਹਿੰਦੇ ਹਾਂ ਕਰੈਕਟਰ ਸਟਰੈਂਥਸ। ਸਕਿੱਲਸ ਦਾ ਵੀ ਅੱਗੇ ਜਿਹੜਾ ਐਡਵਾਂਸ ਪਾਰਟ ਹੈ ਉਹ ਤੁਹਾਡੀ ਕਰੈਕਟਰ ਹੈ, ਤੁਹਾਡੀ ਕਰੈਕਟਰ ਸਟਰੈਂਥ ਹੈ, ਤੁਹਾਡੀ ਓਨੈਸਟੀ, ਤੁਹਾਡੀ ਲਾਇਲਟੀ। ਮੈਨੂੰ ਲੱਗਦਾ ਹੈ ਹੁਣ ਸਮਾਂ ਆ ਗਿਆ ਹੈ ਸਾਨੂੰ ਬਹੁਤ ਜ਼ਿਆਦਾ ਸਕਿਲਡ ਨੌਜਵਾਨ ਤਿਆਰ ਕਰਨੇ ਪੈਣਗੇ। ਅਦਰਵਾਈਜ਼ ਡਿਗਰੀਆਂ ਵਾਲੇ ਜਿਹੜੇ ਹਨ ਉਹ ਪੜ੍ਹੇ ਲਿਖੇ ਅਨਪੜ੍ਹ ਹੋਣਗੇ। 2-2 ਲੱਖ, 4-4 ਲੱਖ, 6-6 ਲੱਖ ਡਿਗਰੀ ਤੇ ਲਾ ਦਿੱਤਾ, ਹੁਣ ਨੌਕਰੀ ਕੋਈ ਨਹੀਂ। ਫਰਸਟ੍ਰੇਸ਼ਨ ਹੈ। ਤੇ ਇਹੀ 4 ਲੱਖ ਜੇ ਆਪਣਾ ਕੁਝ ਸਕਿੱਲ ਸਿੱਖ ਕੇ ਕੰਮ ਤੇ ਲਾ ਦਿੰਦੇ ਤੇ ਨਾਲ ਪ੍ਰਾਈਵੇਟ ਡਿਗਰੀ ਕਰ ਲੈਂਦੇ। ਸਾਨੂੰ ਇਹੋ ਜਿਹੇ ਮਾਡਲ ਲੱਭਣੇ ਪੈਣਗੇ। ਇੱਕ ਸੱਜਣ ਇੱਕ ਮੇਰੇ ਕੋਲ ਆਏ, ਕਹਿੰਦੇ ਬੇਟੀ ਨੇ BCA ਕੀਤੀ ਹੈ ਜੀ, ਉਹਦੀ ਨੌਕਰੀ ਲਵਾ ਦਿਓ। ਮੇਰੇ ਕੰਪਿਊਟਰ ਵਾਲੇ ਸੱਜਣ ਵਾਕਫ ਸੀ, ਉਹਨਾਂ ਕੋਲ ਭੇਜਿਆ। 3 ਮਹੀਨੇ ਬਾਅਦ ਉਹ ਮੈਨੂੰ ਕਹਿੰਦੇ ਡਾਕਟਰ ਸਾਹਿਬ ਸਰਬਜੀਤ ਸਿੰਘ ਜੀ, ਜੇ ਤੁਸੀਂ ਇਹ ਬੱਚੀ ਮੇਰੇ ਕੋਲ 12ਵੀਂ ਤੋਂ ਬਾਅਦ ਹੀ ਆ ਜਾਂਦੀ ਨਾ, ਹੁਣ ਤਾਂ ਜੋ ਇਹਨੇ BCA ਲਿਖਿਆ ਮੈਨੂੰ ਉਹ ਅਨਲਰਨ ਕਰਾਉਣਾ ਪੈ ਰਿਹਾ। ਇਹ ਡਿਗਰੀਆਂ ਇਹੋ ਜਿਹੀਆਂ ਹੋ ਗਈਆਂ, ਇਹਨਾਂ ਦੇ ਸਿਲੇਬਸ ਇੰਨੇ ਆਊਟ ਆਫ ਡੇਟ ਹੋ ਗਏ ਨੇ ਕਿ ਕਰਕੇ ਬੱਚਾ ਕੁਝ ਵੀ ਨਹੀਂ ਕਰ ਪਾਉਂਦਾ। ਕਹਿਣ ਨੂੰ ਉਹਨੇ ਕੰਪਿਊਟਰ ਐਪਲੀਕੇਸ਼ਨਸ ਕੀਤੀਆਂ ਹੋਈਆਂ ਨੇ। ਸੋ ਬਹੁਤ ਇੰਪੋਰਟੈਂਟ ਗੱਲ ਦੂਸਰਾ ਸੱਸਾ ਸਕਿੱਲਸ ਦਾ, ਜਿਹੜਾ ਸਾਨੂੰ ਆਪਣੇ ਨੌਜਵਾਨਾਂ ਤੱਕ ਤੇ ਸਾਨੂੰ ਪਹੁੰਚਾਉਣ ਦੀ ਲੋੜ ਹੈ। ਤੇ ਤੀਸਰਾ ਸੱਸਾ ਗੁਰੂ ਪਿਆਰਿਓ ਹੈ ਸਕਾਲਰਸ਼ਿਪ, ਵਜੀਫੇ। ਅਸੀਂ ਕਹਿਣਾ ਸ਼ੁਰੂ ਕੀਤਾ ਹੈ ਵਿਦੇਸ਼ ਜਾਣਾ ਹੈ, ਜ਼ਰੂਰ ਜਾਓ, ਪਰ ਕਿੱਲੇ ਵੇਚ ਕੇ ਨਹੀਂ, ਕਰਜ਼ੇ ਲੈ ਕੇ ਨਹੀਂ, ਤੇ ਪੱਲਿਓਂ ਪੈਸੇ ਖਰਚ ਕੇ ਵੀ ਨਹੀਂ ਜਾਣਾ। ਫਿਰ ਜਾਈਏ ਕਿਵੇਂ ਜੀ? ਵਜੀਫੇ ਲੈ ਕੇ ਜਾਓ, ਸਕਾਲਰਸ਼ਿਪ ਲਵੋ। ਇੰਟਰਨੈਟ ਦੇ ਯੁੱਗ ਵਿੱਚ ਵਜੀਫੇ ਦੇਣ ਵਾਲੇ ਵੱਧ ਹਨ ਤੇ ਲੈਣ ਵਾਲੇ ਘੱਟ ਹਨ।
ਜਦੋਂ ਮੈਂ ਇਹ ਗੱਲ ਗੁਰਦੁਆਰਾ ਸਾਹਿਬ ਵਿੱਚ ਕਿਤੇ ਬੋਲਦਾ ਤੇ ਬੜੇ ਸਾਰੇ ਲੋਕ ਆ ਜਾਂਦੇ ਨੇ, ਸਾਡੇ ਬੱਚੇ ਜੀ ਅਸੀਂ ਵੀ ਲੈਣਾ ਚਾਹੁੰਦੇ ਹਾਂ ਜੀ। ਮੈਂ ਕਹਿੰਦਾ ਵੀ ਐਦਾਂ ਨਹੀਂ, ਗੂਗਲ ਤੇ ਜਾਓ, ਲੱਭੋ ਕਿਹੜੇ ਵਜ਼ੀਫੇ ਦੀ ਕਿਹੜੀ ਐਲੀਜੀਬਿਲਟੀ ਹੈ, ਤੇ ਜੇ ਤੁਸੀਂ ਸਾਲ 2 ਸਾਲ ਪਹਿਲਾਂ ਹੀ ਸ਼ੁਰੂ ਕਰ ਦਿਓ ਵੀ ਜਿਹੜੀ ਐਲੀਜੀਬਿਲਟੀ ਉਹ ਮੰਗ ਰਹੇ ਨੇ, ਜਿੰਨੇ ਨੰਬਰ ਮੰਗ ਰਹੇ ਨੇ, ਜਿਹੜੀ ਸਕਿੱਲਸ ਮੰਗ ਰਹੇ ਨੇ, ਜੇ ਉਹ ਤੁਹਾਡੇ ਕੋਲ ਹਨ, ਤੁਸੀਂ ਅਪਲਾਈ ਕਰੋ, ਤੁਹਾਨੂੰ ਜ਼ਰੂਰ ਵਜ਼ੀਫੇ ਮਿਲਣਗੇ। ਅੱਜ ਮੈਨੂੰ ਆਪਣੀ ਯੂਨੀਵਰਸਿਟੀ ਦੀ ਇੱਕ ਬੇਟੀ, ਉਹਨੇ MSc ਡਿਗਰੀ ਕੀਤੀ ਹੈ, ਅੱਜ ਹੀ ਉਹਦਾ ਵਾਈਵਾ ਹੋਇਆ ਤੇ ਕੁਦਰਤੀ ਮੈਨੂੰ ਰਸਤੇ 'ਚ ਮਿਲ ਗਈ ਤੇ ਮੈਂ ਪੁੱਛਿਆ, ਕਹਿੰਦੀ ਸਰ ਮੇਰਾ ਵਾਈਵਾ ਅੱਜ ਹੋ ਗਿਆ। ਵਾਈਵਾ ਦਾ ਮਤਲਬ ਹੈ ਫਾਈਨਲ ਡਿਗਰੀ ਸਬਮਿਟ ਹੋ ਗਈ, ਜਿਹੜਾ ਤੁਹਾਡਾ ਪ੍ਰੋਜੈਕਟ ਵੀ ਸਬਮਿਟ ਹੋ ਗਿਆ ਤੇ ਉਹਦਾ ਵਾਈਵਾ ਵੀ ਹੋ ਗਿਆ। ਹੁਣ ਹੋਰ ਕੋਈ ਰਿਕੁਆਇਰਮੈਂਟ ਨਹੀਂ ਰਹਿ ਗਈ, ਹੁਣ ਸਿੱਧਾ PDC ਮਿਲੇਗੀ, ਪ੍ਰੋਵੀਜ਼ਨਲ ਡਿਗਰੀ ਮਿਲੇਗੀ ਤੇ ਉਸ ਤੋਂ ਬਾਅਦ ਡਿਗਰੀ ਫਾਈਨਲ ਕਨਵੋਕੇਸ਼ਨ ਤੇ ਮਿਲ ਜਾਏਗੀ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬੱਚੇ ਤੂੰ ਆਪਣਾ CV ਤਿਆਰ ਕੀਤਾ? ਤੁਸੀਂ ਹੈਰਾਨ ਹੋਵੋਗੇ, ਪੋਸਟ ਗ੍ਰੈਜੂਏਟ ਬੱਚੀ ਮੈਨੂੰ ਕਹਿੰਦੀ ਹੈ ਵੀ ਨਹੀਂ ਸਰ ਮੈਂ ਹਾਲੀ CV ਤੇ ਤਿਆਰ ਹੀ ਨਹੀਂ ਕੀਤਾ। ਮੈਂ ਕਿਹਾ ਤੈਨੂੰ ਪਤਾ ਹੈ ਤੂੰ, ਮੈਂ ਕਿਹਾ ਕਰਨਾ ਕੀ ਹੈ? ਕਹਿੰਦੀ ਮੈਂ PhD ਕਰਨੀ ਹੈ, ਬਾਹਰ ਜਾ ਕੇ ਕਰਨੀ ਹੈ, ਸਕਾਲਰਸ਼ਿਪ ਤੇ ਕਰਨੀ ਹੈ। ਮੈਂ ਕਿਹਾ ਸ਼ਾਬਾਸ਼। ਮੈਂ ਕਿਹਾ ਫਿਰ SOP ਤਿਆਰ ਕੀਤਾ? ਕਹਿੰਦੀ ਸਰ ਉਹ ਕੀ ਹੁੰਦਾ? SOP ਸਟੇਟਮੈਂਟ ਆਫ ਪਰਪਸ। ਹਰ ਵਧੀਆ ਯੂਨੀਵਰਸਿਟੀ ਜਿਹਨੇ ਤੁਹਾਨੂੰ ਵਜ਼ੀਫਾ ਦੇਣਾ ਹੈ ਨਾ, ਉਹ ਪਹਿਲਾਂ ਤੁਹਾਡਾ ਇਤਿਹਾਸ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਕੀ ਪੜ੍ਹਿਆ ਤੇ ਅੱਗੋਂ ਕੀ ਕਰਨਾ ਚਾਹੁੰਦੇ ਹੋ। ਇਹ 1 ਪੇਜ 2 ਪੇਜ ਦਾ ਤੁਸੀਂ ਸਟੇਟਮੈਂਟ ਆਫ ਪਰਪਸ ਲਿਖਣਾ ਹੁੰਦਾ ਹੈ ਕਿ ਮੈਂ ਇਹ ਪੜ੍ਹਾਈ ਕੀਤੀ ਹੈ ਤੇ ਇਹ ਮੇਰੇ ਇੰਟਰਸਟ ਨੇ, ਹੁਣ ਮੈਂ ਇਹ ਫੀਲਡ ਵਿੱਚ ਇਹ ਕੰਮ ਕਰਨਾ ਚਾਹੁੰਦੀ ਹਾਂ। ਤੇ ਜੇ ਤੁਸੀਂ ਆਪਣਾ SOP ਵਧੀਆ ਨਹੀਂ ਲਿਖ ਸਕਦੇ, ਆਪਣਾ CV ਨਹੀਂ ਤੁਸੀਂ ਵਧੀਆ ਬਣਾਇਆ, ਤੇ ਫਿਰ ਤੁਹਾਨੂੰ ਸਕਾਲਰਸ਼ਿਪ ਨਹੀਂ ਮਿਲਦੀ। ਸੋ ਮੇਰਾ ਕਹਿਣ ਦਾ ਭਾਵ ਕਿ ਅਸੀਂ ਆਪਣੇ ਬੱਚਿਆਂ ਨੂੰ ਸਕਾਲਰਸ਼ਿਪਸ ਲਈ ਮੋਟੀਵੇਟ ਕਰੀਏ, ਤੇ ਸਕਾਲਰਸ਼ਿਪ ਦੀ ਤਿਆਰੀ ਇਹ ਨਹੀਂ ਵੀ ਹੁਣ ਡਿਗਰੀ ਹੋ ਗਈ ਤੇ ਹੁਣ ਸਕਾਲਰਸ਼ਿਪ ਲੱਭੋ, ਨਹੀਂ। ਮੈਂ ਕੁਝ ਬੱਚਿਆਂ ਦੀ ਡਿਊਟੀ ਲਾਈ ਹੈ ਵੀ ਸਾਰੇ ਸਕਾਲਰਸ਼ਿਪਸ ਇਕੱਠੇ ਕਰੋ ਜੀ, ਸਾਡੇ ਕੋਲ ਇੱਕ ਥਾਂ ਤੇ ਹੋਣਾ ਚਾਹੀਦੇ ਨੇ, ਤੇ ਕਿਹੜੇ ਡਿਸਪਲਿਨ ਵਾਲੇ ਕਿਹੜੇ ਨੇ ਉਹਨਾਂ ਨੂੰ ਬੱਚਿਆਂ ਨੂੰ ਦਸੀਏ, ਭਾਈ ਅੱਜ ਤੋਂ 2 ਸਾਲ ਬਾਅਦ 4 ਸਾਲ ਬਾਅਦ ਤੁਸੀਂ ਇਸ ਸਕਾਲਰਸ਼ਿਪ ਲਈ ਐਲੀਜੀਬਲ ਹੋਣਾ ਹੈ, ਤੇ ਹੁਣ ਤੋਂ ਹੀ ਜੋ ਉਹਦੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਨੀਆਂ ਸ਼ੁਰੂ ਕਰੋ। ਮੁੱਕਦੀ ਗੱਲ, ਹਿੰਮਤ ਕਰੀਏ, ਲੱਭੀਏ, ਅਪਲਾਈ ਕਰੀਏ, ਕਰੀ ਚੱਲੀਏ, ਜ਼ਰੂਰ ਸਫਲ ਹੋਵਾਂਗੇ। ਇੱਕ ਬੱਚੀ ਨੇ 1 ਸਾਲ ਬੜੀ ਟੌਪ ਦੀ ਉਹਦੀ ਡਿਗਰੀ ਸੀ ਆਕਸਫੋਰਡ ਯੂਨੀਵਰਸਿਟੀ ਤੋਂ, ਤੇ ਉਹਨੇ PhD ਲਈ 11 ਯੂਨੀਵਰਸਿਟੀਆਂ 'ਚ ਅਪਲਾਈ ਕੀਤਾ ਤੇ 11 ਦੇ 11 ਵਿੱਚੋਂ ਰਿਫਿਊਜ਼ਲ ਆ ਗਈ। ਹੁਣ ਜੇ ਉਹ ਬੱਚੀ ਕਵੇ ਅੱਛਾ ਸਭ ਨੇ 11 ਯੂਨੀਵਰਸਿਟੀਆਂ ਨੇ ਮੈਨੂੰ ਮਨਾ ਕਰ ਦਿੱਤਾ, ਮੈਂ ਤੇ ਨਲਾਇਕ ਹਾਂ, ਨਹੀਂ ਨਹੀਂ ਨਹੀਂ। ਉਹ ਕਹਿੰਦੀ ਕੋਈ ਨਹੀਂ, ਵਾਹਿਗੁਰੂ ਦੀ ਇਹ ਮਰਜ਼ੀ ਹੈ, ਮੈਂ ਸਾਲ 2 ਸਾਲ ਹੋਰ ਕੋਸ਼ਿਸ਼ ਕਰਕੇ ਐਕਸਪੀਰੀਅੰਸ ਲੈ ਕੇ ਫਿਰ ਅਪਲਾਈ ਕਰਾਂ। ਤੇ ਜਦੋਂ 2 ਸਾਲ ਬਾਅਦ ਅਪਲਾਈ ਕੀਤਾ ਤੇ ਟੌਪ ਦੀ ਯੂਨੀਵਰਸਿਟੀ ਦੇ ਵਿੱਚ ਪਹੁੰਚ ਗਈ। ਔਰ ਮੈਂ ਹਿਸਾਬ ਲਗਾ ਰਿਹਾ ਸੀ ਉਸ ਬੱਚੇ ਦਾ, ਲਗਭਗ 1.5 ਕਰੋੜ ਰੁਪਈਆ US ਗਵਰਨਮੈਂਟ ਉਹਦੇ ਤੇ ਖਰਚ ਕਰ ਰਹੀ ਹੈ ਉਹਦੀ ਪੜ੍ਹਾਈ ਦੇ ਉੱਤੇ। PhD ਦੀ ਬਹੁਤੀ ਪੜ੍ਹਾਈ ਫੁੱਲੀ ਫੰਡਡ ਹੈ। ਹੁਣ ਤਾਂ ਇੰਡੀਆ ਦੇ ਵਿੱਚ ਵੀ ਇਹੋ ਜਿਹੀਆਂ ਬੜੀਆਂ ਸਕਾਲਰਸ਼ਿਪਸ ਨੇ। UGC ਦੀ JRF ਦਾ ਸਿਸਟਮ ਹੈ, ਪਰ ਪਤਾ ਨਹੀਂ ਕਿੰਨੀ ਦੇਰ ਸਰਕਾਰ ਚਲਾਉਂਦੀ ਹੈ। ਉਹ ਜਿਹੜਾ ਬੱਚੇ ਨੇ PhD ਕਰਨੀ ਹੋਵੇ ਉਹਨੂੰ ਹਰ ਮਹੀਨੇ 25,000 30,000 35,000 ਮਿਲਦਾ ਹੈ। ਲੋੜ ਹੈ ਸਾਨੂੰ ਆਪਣੇ ਬੱਚਿਆਂ ਨੂੰ ਦੱਸਣ ਦੀ ਕਿ ਇਹਨਾਂ ਵਜ਼ੀਫਿਆਂ ਲਈ ਪਹਿਲੇ ਤੋਂ ਹੀ ਸੁਚੇਤ ਹੋਵੋ ਤੇ ਤਿਆਰੀ ਕਰੋ। ਸੋ ਇਹ 3 ਸੱਸੇ ਮੇਰਾ ਮਨ ਹੈ ਗੁਰੂ ਪਿਆਰਿਓ, ਇਸ ਵਿਸਾਖੀ ਤੇ ਅਸੀਂ ਵੱਡੇ ਪੱਧਰ ਤੇ ਹਰੇਕ ਗੁਰਦੁਆਰੇ ਦੇ ਵਿੱਚ ਇਹੋ ਜਿਹੇ ਬੈਨਰ ਲਗਾ ਦਈਏ, ਇਹੋ ਜਿਹਾ ਲਿਟਰੇਚਰ ਅਸੀਂ ਤਿਆਰ ਕੀਤਾ ਹੈ। ਸੌਫਟ ਕਾਪੀਆਂ ਸਿਸਟਮ ਟੈਕਨੋਲੋਜੀ ਬੜੀ ਵਧੀਆ ਹੈ, ਜਿੱਥੇ ਵੀ ਚਾਹੀਦੀ ਹੈ ਸੌਫਟ ਕਾਪੀ ਭੇਜ ਦਈਏ, ਤੁਸੀਂ ਉੱਥੇ ਆਪਣਾ ਨਾਮ ਪ੍ਰਿੰਟ ਕਰਾਓ, ਗੁਰਦੁਆਰਾ ਸਾਹਿਬ ਦਾ ਨਾਮ ਪ੍ਰਿੰਟ ਕਰਾ ਦਿਓ ਤੇ ਉਸ ਇਲਾਕੇ ਦੇ ਬੱਚਿਆਂ ਦੇ ਵਿੱਚ, ਉੱਥੇ ਦੇ ਮਾਤਾ ਪਿਤਾ ਦੇ ਵਿੱਚ ਵੰਡੀਏ। ਜਦੋਂ ਅਸੀਂ ਪੜ੍ਹਨ ਨੂੰ ਕਹਿੰਦੇ ਆ ਤੇ ਮਾਤਾ ਪਿਤਾ ਪੈਸੇ ਦੇਣੇ ਸ਼ੁਰੂ ਹੋ ਗਏ ਤੇ ਉਹ ਚਾਂਦੀ ਹੋ ਗਈ ਕੋਚਿੰਗ ਸੈਂਟਰਾਂ ਦੀ। ਹੁਣ ਕਹਿਣਾ ਪਏਗਾ ਵੀ ਬਿਨਾਂ ਪੈਸੇ ਦੇ ਸੈਲਫ ਸਟੱਡੀ ਰਾਹੀਂ, ਸਕਿੱਲਸ ਰਾਹੀਂ, ਸਕਾਲਰਸ਼ਿਪਸ ਰਾਹੀਂ ਆਪਣੇ ਬੱਚਿਆਂ ਨੂੰ ਅਸੀਂ ਪੜ੍ਹਾਈਏ। ਔਰ ਇਹਦੇ ਲਈ ਬਹੁਤ ਇੰਪੋਰਟੈਂਟ ਹੈ ਇੰਟਰਨੈਟ ਦੀ ਸੁਚੱਜੀ ਵਰਤੋਂ ਕਰਨੀ। ਮੇਕ ਇੰਟੈਲੀਜੈਂਟ ਯੂਜ਼ ਆਫ ਇੰਟਰਨੈਟ। ਜੇ ਇਹਦੀ ਗਲਤ ਵਰਤੋਂ ਕਰਾਂਗੇ ਇਹ ਤਬਾਹ ਕਰ ਦੇਗੀ ਸਾਡੇ ਜੀਵਨ ਨੂੰ, ਨਹੀਂ ਵਰਤਾਂਗੇ ਪਿੱਛੇ ਰਹਿ ਜਾਵਾਂਗੇ।
ਪਰ ਜੇ ਸੁਚੱਜੀ ਵਰਤੋਂ ਕਰਾਂਗੇ ਤੇ ਬਹੁਤ ਬਹੁਤ ਅੱਗੇ ਚਲੇ ਜਾਵਾਂਗੇ। ਸਾਨੂੰ ਲੋੜ ਹੈ ਕਿ ਅਸੀਂ ਸੁਚੱਜੀ ਵਰਤੋਂ ਸਿਖਾਈਏ। ਹਾਲੀ ਵੀ ਕਈ ਮਾਤਾ ਪਿਤਾ ਮਿਲ ਜਾਂਦੇ ਨੇ, ਕਹਿੰਦੇ ਨਹੀਂ ਨਹੀਂ ਜੀ ਬੱਚਿਆਂ ਨੂੰ ਇੰਟਰਨੈਟ ਤੋਂ ਦੂਰ ਰੱਖੀਏ। ਵੈਸੇ ਕਰੋਨਾ ਨੇ ਤੇ ਇਹ ਬੈਰੀਅਰ ਬਹੁਤ ਹੱਦ ਤੱਕ ਤੋੜ ਦਿੱਤੇ ਨੇ, ਪਰ ਜੇ ਤੋੜ ਵੀ ਦਿੱਤੇ ਨੇ ਨਾ, ਤੇ ਹੁਣ ਬੱਚੇ ਮੋਬਾਈਲ ਤੇ ਇੰਟਰਨੈਟ ਤੇ ਕੰਮ ਕਰਦੇ ਨੇ, ਮਾਪਿਓ ਸੋਚਦੇ ਨੇ ਪੜ੍ਹਾਈ ਕਰ ਰਹੇ ਨੇ, ਉਹ ਕੁਝ ਹੋਰ ਹੀ ਕਰੀ ਜਾਂਦੇ ਨੇ ਉੱਥੇ। ਸੋ ਇਹ ਕਿਸ ਤਰੀਕੇ ਦੇ ਨਾਲ, ਜਿਵੇਂ ਅੱਗ ਨੇ ਬੜੇ ਘਰ ਸਾੜੇ ਨੇ, ਫਿਰ ਵੀ ਅੱਗ ਸਾਡੀ ਰਸੋਈ ਵਿੱਚ ਜਲਦੀ ਹੈ। ਸਾਨੂੰ ਤਰੀਕਾ ਆ ਗਿਆ ਉਸ ਅੱਗ ਨੂੰ ਕਿਵੇਂ ਉਹਦਾ ਠੀਕ ਯੂਜ਼ ਕਰਨਾ। ਇੱਦਾਂ ਹੀ ਇੰਟਰਨੈਟ ਹੈ, ਇਹਦਾ ਠੀਕ ਯੂਜ਼ ਮਾਤਾ ਪਿਤਾ ਨੂੰ ਵੀ ਸਿੱਖਣਾ ਪਏਗਾ ਤੇ ਬੱਚਿਆਂ ਨੂੰ ਵੀ ਦੱਸਣਾ ਪਏਗਾ। ਤੁਸੀਂ ਅੱਜ ਇੱਕ ਗਲਤ ਵੀਡੀਓ YouTube ਤੇ ਦੇਖੋ, YouTube ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਕਿੰਨੀਆਂ ਹੀ ਉਹੋ ਜਿਹੀਆਂ ਤੁਹਾਨੂੰ ਹੋਰ ਸੁਜੈਸ਼ਨ ਦੇ ਦਿੰਦੀ ਹੈ। ਮੈਂ ਤੇ ਅੱਜ ਕਹਿਣਾ ਸ਼ੁਰੂ ਕੀਤਾ, ਅੱਜ ਕੱਲ ਜੇ ਕਿਸੇ ਦੀ ਟਰੂ ਕਰੈਕਟਰ ਦੇਖਣਾ ਹੈ ਨਾ, ਤੇ ਉਹਨੂੰ ਕਹੋ ਵੀ ਲਿਆ 5 ਮਿੰਟ ਆਪਣਾ ਮੋਬਾਈਲ ਫੋਨ ਮੈਨੂੰ ਦਿਖਾ। ਤੁਸੀਂ ਉਹਦਾ YouTube ਖੋਲ ਕੇ ਦੇਖੋ ਕਿਵੇਂ ਦੀਆਂ ਵੀਡੀਓਜ਼ ਨੇ, ਪਤਾ ਲੱਗ ਜਾਏਗਾ ਇਹਨੇ ਪਹਿਲਾਂ ਕਿਵੇਂ ਦੀਆਂ ਦੇਖੀਆਂ ਨੇ। ਥੋੜਾ ਜਿਹਾ ਗੰਦ ਦੇਖੋਗੇ ਉਹ ਬਹੁਤ ਗੰਦ ਭੇਜ ਦੇਣਗੇ, ਤੇ ਥੋੜੀ ਜਿਹੀ ਇੰਟੈਲੀਜੈਂਟ ਸਰਚ ਕਰੋਗੇ ਉਹ ਬਹੁਤ ਵਧੀਆ ਵਧੀਆ ਚੀਜ਼ਾਂ ਭੇਜ ਦੇਣਗੇ। ਮੈਂ ਤੇ ਕਹਿੰਦਾ ਅੱਜ ਇੰਗਲਿਸ਼ ਸਿੱਖਣ ਲਈ ਕਿਸੇ ਟੀਚਰ ਦੀ ਲੋੜ ਨਹੀਂ ਜੇ, ਇੰਨੀ ਕਮਾਲ ਦੀ YouTube ਵੀਡੀਓਜ਼ ਨੇ ਇੰਗਲਿਸ਼ ਸਿੱਖਣ ਵਾਸਤੇ। ਪ੍ਰੋਵਰਬ ਸਿੱਖਣੇ ਨੇ ਤੁਸੀਂ, ਪ੍ਰੋਨੰਸੀਏਸ਼ਨ ਸਿੱਖਣੀ ਹੈ, ਗ੍ਰਾਮਰ ਸਿੱਖਣੀ ਹੈ, ਕਮਾਲ ਹੈ। ਔਰ ਮੈਂ ਤੇ ਕਹਿਣਾ ਜੀ ਇੰਟਰਨੈਟ ਇਜ਼ ਅ ਗ੍ਰੇਟ ਲੈਵਲਰ। ਇੱਕ ਰਿਮੋਟ ਦੇ ਪਿੰਡ ਵਿੱਚ ਵੀ, ਲੁਧਿਆਣੇ ਵਿੱਚ ਵੀ, ਚੰਡੀਗੜ੍ਹ, ਦਿੱਲੀ, ਬੰਬੇ ਸੇਮ ਗੂਗਲ ਖੁੱਲਦਾ ਹੈ। ਹੁਣ ਪਿੰਡ ਦਾ ਬੱਚਾ ਇਹ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਫੈਸਿਲਿਟੀ ਨਹੀਂ, ਮੇਰੇ ਕੋਲ ਅੱਛਾ ਟੀਚਰ ਨਹੀਂ। ਜਿਹੜਾ ਗੂਗਲ ਦੀ ਵਧੀਆ ਵਰਤੋਂ ਕਰ ਲੇਗਾ, ਉਹਦੇ ਤੋਂ ਵਧੀਆ ਸਰਚ ਕਰ ਲੇਗਾ, ਉਹ ਅੱਗੇ ਨਿਕਲ ਜਾਏਗਾ। ਸੋ ਸਾਨੂੰ ਆਪਣੇ ਬੱਚਿਆਂ ਨੂੰ ਇਹ ਕਰਨ ਦੀ ਲੋੜ ਹੈ। ਤੇ ਜਿਵੇਂ ਮੈਂ ਪਹਿਲਾਂ ਕਿਹਾ, ਇਹਨੂੰ ਆਪਾਂ ਨਾਮ ਦੇ ਦਈਏ ਟੈਕ ਸੇਵਾ। ਮੈਨੂੰ ਯਾਦ ਹੈ 84 ਤੋਂ ਬਾਅਦ ਲੁਧਿਆਣੇ ਇੱਕ ਸੈਮੀਨਾਰ ਤੇ ਕਿਸੇ ਨੇ ਗੱਲ ਕੀਤੀ ਸੀ ਵੀ ਸਾਡੇ ਕੋਲ ਨਾ ਮੈਡੀ ਸੇਵਾ ਹੋਣੀ ਚਾਹੀਦੀ ਹੈ, ਸਾਡੀ ਐਸੀ ਟੀਮਾਂ ਹੋਣੀਆਂ ਚਾਹੀਦੀਆਂ ਨੇ ਜਦੋਂ ਕਿਤੇ ਆਫਤ ਆਵੇ ਤੇ ਸਾਡੀ ਗੁਰਸਿੱਖ ਜਾ ਕੇ ਸੇਵਾ ਕਰਨ। ਤੇ ਅੱਜ ਅਸੀਂ ਦੇਖਦੇ ਹਾਂ ਵੀ ਕਿੰਨੀਆਂ ਹੀ ਸੰਸਥਾਵਾਂ, ਖਾਲਸਾ ਏਡ ਨੇ ਤੇ ਕਮਾਲ ਹੀ ਕੀਤੀ ਪਈ ਹੈ। ਔਰ ਸਾਨੂੰ ਚਾਹੀਦਾ ਹੈ ਅੱਜ ਟੈਕ ਸੇਵਾ ਅਸੀਂ ਆਪਣੇ ਬੱਚਿਆਂ ਨੂੰ, ਸਾਡੇ ਗੁਰਦੁਆਰਿਆਂ 'ਚ, ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਿਸਾਨ ਮੇਲੇ ਤੇ ਕੁਝ ਸਾਲ ਪਹਿਲਾਂ ਅਸੀਂ ਟੈਕ ਸੇਵਾ ਦਾ ਸਟਾਲ ਲਾਇਆ, ਤੇ ਸਾਰੇ ਜਿਹੜੇ ਕਿਸਾਨ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਆਓ ਜੀ ਤੁਹਾਡੇ ਇੱਥੇ ਮੋਬਾਈਲ ਦੇ ਵਿੱਚ ਅਸੀਂ ਗੁਰਬਾਣੀ ਸਰਚਰ ਐਪ ਪਾ ਦਿੰਦੇ ਹਾਂ। ਮੈਨੂੰ ਯਾਦ ਹੈ ਕਿੰਨੇ ਹੀ ਬਜ਼ੁਰਗ ਕਿਸਾਨਾਂ ਨੇ, ਵੱਡੀ ਉਮਰ ਵਾਲਿਆਂ ਨੇ ਬੜੀਆਂ ਅਸੀਸਾਂ ਦੇ ਕੇ ਗਏ। ਕਹਿੰਦੇ ਅਸੀਂ ਵੇਖਦੇ ਹੁੰਦੇ ਸੀ ਲੋਕੀ ਫਟਾਫਟ ਸ਼ਬਦ ਕੱਢ ਲੈਂਦੇ ਨੇ, ਸਾਨੂੰ ਕੱਢਣਾ ਨਹੀਂ ਸੀ ਆਉਂਦਾ। ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਫ੍ਰੀ ਦੇ ਵਿੱਚ ਮੇਰੇ ਹੱਥ ਜਿਹੜਾ ਮੋਬਾਈਲ ਹੈ ਇਹਦੇ ਵਿੱਚ ਹੀ ਉਹ ਚੀਜ਼ ਪੈ ਜਾਏਗੀ ਤੇ ਮੈਂ ਵੀ ਇਹਨੂੰ ਚਲਾ ਸਕਦਾ ਵਾਂ, ਤੇ ਇਹ ਇੱਕ ਬਹੁਤ ਵੱਡੀ ਗੱਲ ਹੋਏਗੀ। ਅਸੀਂ ਟੈਕਨੋਲੋਜੀ ਨੂੰ, ਔਰ ਖੁਸ਼ੀ ਦੀ ਗੱਲ ਹੈ ਸਾਡੀ ਕੌਮ ਟੈਕਨੋਲੋਜੀ ਪੱਖੋਂ ਪਿੱਛੇ ਨਹੀਂ ਜੇ। ਸਾਰਾ ਗੁਰੂ ਗ੍ਰੰਥ ਸਾਹਿਬ, ਕਿੰਨੀਆਂ ਸੋਹਣੀਆਂ ਸੋਹਣੀਆਂ ਐਪਸ ਨੇ, ਬੜੇ ਹੀ ਗੁਰਸਿੱਖਾਂ ਨੇ, ਕੱਲੇ ਗੁਰਸਿੱਖਾਂ ਨੇ ਘਾਲ ਕੇ ਉਹ ਚੀਜ਼ਾਂ ਬਣਾਈਆਂ ਨੇ। ਹੁਣ ਲੋੜ ਹੈ ਉਹਨੂੰ ਆਪਣੇ ਮਾਸਿਸ ਦੇ ਵਿੱਚ ਜਿੰਨੀ ਜਲਦੀ ਅਸੀਂ ਪਪੂਲਰਾਈਜ਼ ਕਰ ਸਕੀਏ। ਔਰ ਅਸੀਂ ਹੁਣ ਕਹਿਣਾ ਸ਼ੁਰੂ ਕੀਤਾ ਹੈ ਕਿ ਗੁਰੂ ਖਾਲਸਾ ਜੀ ਇੰਨਾ ਪੜ੍ਹੋ, ਇੰਨੀ ਮਿਹਨਤ ਕਰੋ ਕਿ ਵਿਦਿਅਕ ਖੇਤਰ ਦੇ ਵੀ ਸਰਦਾਰ ਬਣੋ, ਇਸ ਖੇਤਰ ਦੇ ਵੀ ਅਸੀਂ ਮੋਹਰੀ ਬਣਨਾ ਹੈ। ਔਰ ਪ੍ਰਣ ਕਰੀਏ ਕਿ ਅਸੀਂ ਨੋਬਲ ਪ੍ਰਾਈਜ਼ ਜਿੱਤਣਾ ਹੈ। ਐਕੈਡੈਮਿਕ ਫੀਲਡ ਦਾ ਟੌਪ ਪ੍ਰਾਈਜ਼ ਹੈ ਨੋਬਲ ਪ੍ਰਾਈਜ਼, ਔਰ ਅੱਜ ਦੇ ਕਰੰਸੀ ਰੇਟਾਂ ਦੇ ਮੁਤਾਬਕ ਮੇਰੇ ਖਿਆਲ ਨਾਲ 7.5 ਕਰੋੜ ਦਾ ਇਹ ਪ੍ਰਾਈਜ਼ ਬਣਦਾ ਹੈ ਜੀ। 200 ਤੋਂ ਵੱਧ ਇਹ ਪ੍ਰਾਈਜ਼ਸ ਹੁਣ ਤੱਕ ਮਿਲ ਚੁੱਕੇ ਨੇ, ਪਰ ਇੱਕ ਵੀ ਗੁਰਸਿੱਖ ਨੂੰ ਪ੍ਰਾਈਜ਼ ਨਹੀਂ ਮਿਲਿਆ। ਕੀ ਕਹੀਏ ਵੀ ਅਸੀਂ ਨਲਾਇਕ ਕੌਮ ਹੈਗੇ ਆ? ਨਹੀਂ, ਅਸੀਂ ਤੇ ਇਸ ਪਾਸੇ ਤੁਰੇ ਹੀ ਨਹੀਂ ਹਾਲੀ। ਔਰ ਮੈਨੂੰ ਭਰੋਸਾ ਜੇ ਗੁਰੂ ਪਿਆਰਿਓ, ਅੱਜ ਜਦੋਂ ਵੀ ਆਪਣੇ ਬੱਚਿਆਂ ਦੇ ਮਨਾਂ 'ਚ ਅਸੀਂ ਇਹ ਬੀਜ ਪਾ ਦਿਆਂਗੇ ਨਾ ਕਿ ਮੈਂ ਇੰਨੀਆਂ ਵੱਡੀਆਂ ਮਹਾਨ ਖੋਜਾਂ ਕਰਨੀਆਂ ਨੇ, ਇਹੋ ਜਿਹੀ ਸੇਵਾ ਕਰਨੀ ਹੈ ਕਿ ਮਨੁੱਖਤਾ ਉਹਨੂੰ ਰੈਕੋਗਨਾਈਜ਼ ਕਰੇ ਤੇ ਉਹਨੂੰ ਨੋਬਲ ਪ੍ਰਾਈਜ਼ ਨਾਲ ਸਨਮਾਨਿਤ ਕਰੇ। ਸਾਨੂੰ ਆਪਣਾ ਕੌਮੀ ਸੁਭਾਅ ਜ਼ਰੂਰ ਜਾਣਨਾ ਚਾਹੀਦਾ ਹੈ।
ਜਿਵੇਂ ਸਾਡਾ ਸੁਭਾਅ ਹੈ ਨਾ ਕਿ ਕੋਈ ਜਿੰਨਾ ਮਰਜ਼ੀ ਵਧੀਆ ਗੱਲ ਕਰੇ, ਜੇ ਥੋੜੀ ਜਿਹੀ ਗਲਤੀ ਰਹਿ ਗਈ ਅਸੀਂ ਉਹਦੀ ਭੁਗਾਈ ਕਰਾ ਦਿੰਦੇ ਆ ਵੀ ਇਹਨੇ ਗਲਤੀ ਕੀਤੀ ਕਿਉਂ। ਉਹਦੀਆਂ 99 ਚੰਗੀਆਂ ਗੱਲਾਂ ਨੂੰ ਛੱਡ ਕੇ ਅਸੀਂ ਇੱਕ ਗਲਤੀ ਦੇ ਮਗਰ ਪੈ ਜਾਂਦੇ ਆ, ਉਹਨੂੰ 99 ਵਧੀਆ ਵੇਖਦੇ ਹੀ ਨਹੀਂ। ਪਰ ਦੂਜੇ ਪਾਸੇ ਸਾਡਾ ਇਹ ਵੀ ਸੁਭਾਅ ਹੈ ਕਿ ਗੁਰਦੁਆਰੇ ਬਣਾਉਣ ਵੱਲ ਤੁਰੇ ਤੇ ਕਮਾਲ ਦੇ ਗੁਰਦੁਆਰੇ ਬਣਾ ਦਿੱਤੇ, ਬੜੇ ਆਲੀਸ਼ਾਨ, ਸਿੰਘ ਸਭਾ ਲਹਿਰ। ਹੁਣ ਕਲੋਨੀ ਬਾਅਦ ਚ ਬਣਦੀ ਹੈ, ਸਿੰਘ ਸਭਾ ਪਹਿਲਾਂ ਬਣ ਜਾਂਦੀ। ਸਾਨੂੰ ਹੁਣ ਲੋੜ ਹੈ, ਲੰਗਰ ਲਾਉਣ ਵੱਲ ਤੁਰੇ, ਕਮਾਲ ਕਰ ਦਿੱਤੀ, ਛਬੀਲਾਂ ਦੀ ਕਮਾਲ ਕਰ ਦਿੱਤੀ। ਔਰ ਖੁਸ਼ੀ ਦੀ ਗੱਲ, ਅੱਜ ਸਾਡੀ ਕੌਮ ਐਜੂਕੇਸ਼ਨ ਵੱਲ ਪੈ ਚੁੱਕੀ ਹੈ। ਸਿਰਫ ਲੋੜ ਹੈ ਸਾਡੇ ਵਰਗੀਆਂ ਸੰਸਥਾਵਾਂ ਔਰ ਸੂਝਵਾਨ ਜਿਹੜੇ ਆਪ ਸਾਰੇ ਸੁਣ ਰਹੇ ਹੋ, ਇਹਨੂੰ ਆਪਾਂ ਤੇਜ਼ ਕਰੀਏ। ਇਹ ਫਸਟ ਸੈਕਿੰਡ ਗੇਅਰ 'ਚ ਗੱਡੀ ਨਾ ਚੱਲੇ, ਇਹ ਫੋਰਥ ਫਿਫਥ ਗੇਅਰ ਦੇ ਵਿੱਚ ਜਿੰਨੀ ਜਲਦੀ ਹੋ ਸਕੇਗਾ। ਇੱਕ ਸੱਜਣ ਚੰਡੀਗੜ੍ਹ ਦੇ ਬਹੁਤ ਕਹਿੰਦੇ ਨੇ, ਕਹਿੰਦੇ ਜੀ IT ਦੀ ਜਿਹੜੀ ਹੈ ਨਾ ਟ੍ਰੇਨ ਲੰਘ ਗਈ, ਪੰਜਾਬ ਚੜ੍ਹ ਨਹੀਂ ਸਕਿਆ, ਹੁਣ AI ਦੀ ਵਾਰੀ ਜੇ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਾਰੀ ਜੇ, ਆਪਣੇ ਬੱਚਿਆਂ ਨੂੰ ਭੇਜੋ ਇਸ ਫੀਲਡ ਦੇ ਵਿੱਚ। ਹਾਰਡਵੇਅਰ ਸੌਫਟਵੇਅਰ ਦੇ ਨਾਲ ਇੱਕ ਜਿਹੜਾ ਹਿਊਮਨ ਵੇਅਰ ਹੈ ਨਾ, ਪੀਪਲ ਵੇਅਰ ਹੈ, ਅਸੀਂ ਉਹਦੀ ਸੰਭਾਲ ਕਰੀਏ। ਔਰ ਉਹਨਾਂ ਬੱਚਿਆਂ ਦੇ ਅੰਦਰ ਅਸੀਂ ਇਹ ਵੱਡਾ ਸੋਚਣ ਦੀ, ਵੱਡਾ ਕਰਨ ਦੀ ਅਗਰ ਅਸੀਂ ਇਹ ਇੱਕ ਇੱਛਾ ਪੈਦਾ ਕਰ ਦਿਆਂਗੇ ਤੇ ਸਾਡੇ ਬੱਚੇ ਕਿਸੇ ਤੋਂ ਪਿੱਛੇ ਨਹੀਂ, ਔਰ ਜ਼ਰੂਰ ਉਹ ਐਸੇ ਪ੍ਰਾਈਜ਼ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਿਲਣਗੇ। ਸਾਨੂੰ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਅਸਲ ਵਿੱਦਿਆ ਹੁੰਦੀ ਕਿਹੜੀ ਹੈ। ਡਾਕਟਰ ਨੇਕੀ ਜੀ ਦੀ ਕਿਤਾਬ ਹੈ, ਉਹਦੇ ਵਿੱਚ ਇੱਕ ਚੈਪਟਰ ਹੈ, ਕਹਿੰਦੇ ਅਸਲ ਵਿੱਦਿਆ ਉਹ ਹੈ ਜਿਹੜੀ ਸਕੂਲ ਕਾਲਜ ਦੀ ਪੜ੍ਹਾਈ ਕਰਨ ਉਪਰੰਤ ਵੀ ਤੁਹਾਡੇ ਨਾਲ ਰਹਿੰਦੀ ਹੈ, ਤੁਹਾਡੇ ਆਚਾਰ ਨੂੰ ਸੰਵਾਰਦੀ ਹੈ। ਨੰਬਰਾਂ ਵਾਲੀ ਵਿੱਦਿਆ, ਡਿਗਰੀਆਂ ਵਾਲੀ ਵਿੱਦਿਆ ਲੈਣ ਨਾਲੋਂ ਅਸੀਂ ਆਪਣੇ ਬੱਚਿਆਂ ਨੂੰ ਅਸਲ ਵਿੱਦਿਆ ਵੱਲ ਮੋੜੀਏ। ਪਰ ਉਹਦੇ ਲਈ ਅਸੀਂ ਕਹਿ ਰਹੇ ਹਾਂ ਕਿ ਲਰਨਿੰਗ ਦੇ 3 ਢੰਗ ਨੇ: ਸਰਫੇਸ ਲਰਨਿੰਗ, ਸਟ੍ਰੈਟੇਜਿਕ ਲਰਨਿੰਗ, ਇਨ ਡੈਪਥ ਲਰਨਿੰਗ। ਸਰਫੇਸ ਲਰਨਿੰਗ ਹੋਈ ਉਪਰਾ ਸਤਹੀ, ਬੜਾ ਮਾੜਾ ਪੜ੍ਹ ਲਿਆ ਜੀ, ਪੂਰੀ ਗੱਲ ਗ੍ਰੈਬ ਨਹੀਂ ਕੀਤੀ। ਦੂਸਰਾ ਹੈ ਸਟ੍ਰੈਟੇਜਿਕ, ਰਣਨੀਤਕ, ਵੀ ਆਹ ਚੈਪਟਰ 2 ਛੱਡ ਦਈਏ ਤੇ ਉੱਥੇ ਆਪਸ਼ਨ ਆਏਗੀ ਤੇ ਇਹਦੇ ਚ ਕਰਕੇ ਮੇਰੇ ਨੰਬਰ ਵਧੀਆ ਆ ਜਾਣਗੇ। ਨਹੀਂ, we must emphasize on in-depth learning, ਗਹਿਰਾਈ ਤੱਕ, ਤੱਤ ਤੱਕ। ਮੈਨੂੰ ਯਾਦ ਹੈ ਲੁਧਿਆਣੇ ਇੱਕ ਮੈਥਮੈਟਿਕਸ ਦੇ ਬਹੁਤ ਹੀ ਸਿਰੇ ਦੇ ਉਸਤਾਦ ਨੇ, ਡਾਕਟਰ ਮੋਹਨ ਸਿੰਘ ਜੀ, ਆਪਣੇ ਸਿੱਖ ਮਿਸ਼ਨਰੀ ਕਾਲਜ ਦੇ ਜੰਮੂ ਤੋਂ ਇਹ ਪੁਰਾਣੇ ਬਿਲੋਂਗ ਕਰਦੇ ਨੇ, ਹੁਣ ਤਾਂ ਬੜੇ ਬਜ਼ੁਰਗ ਹੋ ਗਏ। ਰਿਟਾਇਰਮੈਂਟ ਤੋਂ ਬਾਅਦ ਗੁਰਬਾਣੀ ਵਿਆਕਰਨ ਤੇ ਬੜਾ ਕੰਮ ਕਰ ਰਹੇ ਨੇ। ਪ੍ਰੋਫੈਸਰ ਸਾਹਿਬ ਸਿੰਘ ਜੀ ਤੋਂ ਬਾਅਦ ਬੜਾ ਹੀ ਕੰਮ ਕੀਤਾ ਉਹਨਾਂ ਨੇ। ਔਰ ਮੈਨੂੰ ਯਾਦ ਹੈ ਉਹਨਾਂ ਨੇ ਇੱਕ ਵਾਰੀ ਦੱਸਿਆ, ਕਹਿੰਦੇ ਜੀ ਸਾਰੀ ਉਮਰ ਮੈਥਮੈਟਿਕਸ ਪੜ੍ਹਾਇਆ ਤੇ ਬੱਚੇ ਆ ਕੇ ਇਹੀ ਕਹਿੰਦੇ ਜੀ ਸਵਾਲ ਕੱਢ ਦਿਓ ਜੀ, ਇਹ ਨਿਕਲਿਆ ਨਹੀਂ। ਕਹਿੰਦੇ ਜੀ ਇੱਕ ਦਿਨ ਇੱਕ ਬੱਚੀ ਆਈ ਤੇ ਉਹ ਕਹਿੰਦੀ ਹੈ ਜੀ ਸਵਾਲ ਤਾਂ ਮੈਂ ਕੱਢ ਲਿਆ, ਮੈਨੂੰ ਕਨਸੈਪਟ ਸਮਝਾਓ ਜੀ। ਇਹ ਹੈ ਗਹਿਰਾਈ ਤੱਕ ਜਾਣਾ, ਤੱਤ ਤੱਕ ਜਾਣਾ। ਨੰਬਰ ਲੈਣਾ, ਪਾਸ ਹੋਣਾ, ਫਸਟ ਆਣਾ, ਕੇਵਲ ਇਹ ਨਹੀਂ, ਉਹਦੇ ਪੂਰੇ ਫੰਡਾਮੈਂਟਲਸ ਨੂੰ ਜਾਣਨਾ। ਐਸੇ ਖੋਜੀ, ਐਸੇ ਜਿਗਿਆਸੂ ਬੱਚੇ ਅਸੀਂ ਤਿਆਰ ਕਰੀਏ। ਤੇ ਜੇ ਨਹੀਂ ਕਰਦੇ ਤੇ ਹਾਲਾਤ ਅੱਜ ਦੇ ਕੀ ਬਣੇ ਹੋਏ ਨੇ ਕਿ ਨੌਜਵਾਨਾਂ 'ਚ ਕੀ ਫਰਕ ਹੈ। ਬਿਹਾਰ ਦੇ ਨੌਜਵਾਨ ਅਫਸਰ ਬਣਨ ਲਈ ਮਿਹਨਤ ਕਰ ਰਹੇ ਨੇ ਤੇ ਪੰਜਾਬ ਦੇ ਜਿੱਥੇ ਜਾ ਕੇ ਤੁਸੀਂ ਕਿਸੇ ਨੌਜਵਾਨ ਨੂੰ ਪੁੱਛੋ ਕੀ ਕਰ ਰਹੇ ਹੋ, ਉਹ ਕਹਿੰਦਾ ਜੀ ਫਾਈਲ ਲਾਈ ਹੈ ਜੀ, ਬਾਹਰ ਜਾਣ ਦੀ ਉਡੀਕ ਕਰ ਰਹੇ ਹਾਂ। ਔਰ ਕਮਾਲ ਦੀ ਗੱਲ, ਬਾਹਰ ਜਾਣ ਦੀ ਉਡੀਕ 'ਚ ਵਿਹਲੇ ਬੈਠੇ ਨੇ। ਕੱਲ ਮੈਨੂੰ ਇੱਕ ਜਗ੍ਹਾ ਦੇ ਉੱਤੇ ਰੇਲ ਕੋਚ ਫੈਕਟਰੀ ਜਾਣਾ ਸੀ ਤੇ ਮੈਂ ਟੈਕਸੀ ਬੁਲਾਈ ਤੇ ਜਿਹੜਾ ਨੌਜਵਾਨ ਡਰਾਈਵ ਕਰ ਰਿਹਾ ਸੀ ਉਹਨੇ ਦੱਸਿਆ ਜੀ ਮੈਂ ਲੈਕਚਰਰ ਹਾਂ, 10 ਸਾਲ ਮੈਂ ਸਕੂਲ ਦੇ ਵਿੱਚ ਪੜ੍ਹਾਇਆ, ਬਾਇਓਕੈਮਿਸਟਰੀ ਪੜ੍ਹੀ ਹੈ, MSc ਬਾਇਓਕੈਮਿਸਟਰੀ। ਤੇ ਕਹਿੰਦਾ ਜੀ ਗੱਲ ਨਹੀਂ ਬਣੀ, ਹੁਣ ਮੈਂ ਛੱਡਤੀ ਤੇ ਆਪਣੀ ਗੱਡੀ ਮੈਂ ਨਾਲ ਇਹਨੂੰ ਐਜ਼ ਟੈਕਸੀ ਪਹਿਲਾਂ ਵੀਕਐਂਡ ਤੇ ਯੂਜ਼ ਕਰਦਾ ਸੀ, ਹੁਣ ਡੇਲੀ ਯੂਜ਼ ਕਰਨੀ ਸ਼ੁਰੂ ਕਰ ਦਿੱਤੀ। ਤੇ ਮੈਂ ਕਿਹਾ ਜੀ ਹੁਣ ਅੱਗੋਂ ਕੀ ਪਲੈਨਿੰਗ ਹੈ? ਕਹਿੰਦਾ ਜੀ ਬਾਹਰ ਜਾਣਾ। ਮੈਂ ਕਿਹਾ ਜਿਸ ਦਿਨ ਗੇੜਾ ਨਹੀਂ ਮਿਲਦਾ ਕੀ ਕਰਦੇ ਹੋ? ਉਹਦੇ ਕੋਲ ਕੋਈ ਜਵਾਬ ਨਹੀਂ ਸੀ, ਵਿਹਲੇ ਆ। ਇਹ ਨਹੀਂ ਕਿ ਅਸੀਂ ਕੋਈ ਸਕਿੱਲ ਨਵੀਂ ਹਾਸਲ ਕਰੀਏ, ਅਸੀਂ ਕੁਝ ਪੜ੍ਹ ਲਈਏ, ਕੁਝ ਗਿਆਨ ਹਾਸਲ ਕਰ ਲਈਏ। ਵਿਹਲ ਵਿਕਾਰ ਪੈਦਾ ਕਰਦੀ ਹੈ। ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਨੌਜਵਾਨ ਬੱਚੇ
ਨਿਰਾਸ਼ ਹੋ ਰਹੇ ਨੇ, ਉਹਨਾਂ ਨੂੰ ਕਹੀਏ ਭਾਈ ਆ ਜਿਹੜੇ MOOC MOOC ਵਿੱਚੋਂ ਬਹੁਤ ਸਾਰੇ ਸੱਜਣ ਜਾਣਦੇ ਹੋਣਗੇ, ਮੈਸਿਵ ਓਪਨ ਆਨਲਾਈਨ ਲਰਨਿੰਗ, ਇਹ ਕੋਰਸ ਕਰਾਉਂਦੇ ਨੇ, ਫ੍ਰੀ ਕੋਰਸ, ਹਫਤੇ ਦਾ ਕੋਰਸ, 10 ਦਿਨ ਦਾ ਕੋਰਸ, ਤੇ ਜੇ ਡਿਗਰੀ ਲੈਣੀ, ਸਰਟੀਫਿਕੇਟ ਲੈਣਾ ਤੇ ਫਿਰ ਥੋੜੇ ਜਿਹੇ ਚਾਰजेस ਨੇ, ਅਦਰਵਾਈਜ਼ ਫ੍ਰੀ ਪੜ੍ਹੀ ਚੱਲੋ, ਫ੍ਰੀ ਜਿਹੜਾ ਮਰਜੀ ਕੋਰਸ। ਹਿੰਦੁਸਤਾਨ ਦੀ ਸਰਕਾਰ ਨੇ ਵੀ ਸਵਯਮ ਨਾਮ ਦੀ ਵੈਬਸਾਈਟ ਬਣਾ ਦਿੱਤੀ ਹੈ, ਸਵਯਮ ਆਪ ਕਰੋ। ਆਪਣੇ ਬੱਚਿਆਂ ਨੂੰ ਇਹ ਗੱਲਾਂ ਦੱਸਣ ਦੀ ਲੋੜ ਹੈ, ਨਹੀਂ ਤੇ ਹਾਲਾਤ ਬਣ ਗਏ ਨੇ ਪੰਜਾਬ ਵਿੱਚ, ਹਰ ਥਾਂ ਆਈਲੈਟਸ ਦੇ ਬੋਰਡ ਲੱਗੇ, ਤੇ ਬਿਹਾਰ ਵਿੱਚ IAS ਤੇ IPS ਤੇ SSC ਦੇ। ਸੋ ਆਓ ਵੱਡਾ ਸੋਚੀਏ, ਵੱਡੇ ਅਫਸਰ ਬਣੀਏ। ਇਹ ਆਈਲੈਟਸ ਕੋਈ ਡਿਗਰੀ ਨਹੀਂ, ਤਾਂ ਲੇਬਰ, ਗੋਰਿਆਂ ਦੀ ਲੇਬਰ ਕਰਨ ਦਾ ਇੱਕ ਟੈਸਟ ਹੈ। ਪੰਜਾਬ ਇਹਨੂੰ ਜੀ ਬੈਠਾ ਵੀ ਇਹ ਕੋਈ ਜਿਵੇਂ ਡਿਗਰੀ ਹੈ ਜੀ। ਇਹ ਸਾਰਾ ਕੁਝ ਗੁਰੂ ਪਿਆਰਿਓ ਤਾਂ ਸੰਭਵ ਹੋਏਗਾ ਜੇ ਅਸੀਂ ਰੂਹਾਨੀਅਤ ਵੱਲ ਮੁੜਾਂਗੇ, ਗੁਰਬਾਣੀ ਵੱਲ ਮੁੜਾਂਗੇ, ਸਪਿਰਿਚੁਅਲ ਬਣਾਂਗੇ, ਸਹਿਜ ਪਾਠ ਕਰੀਏ, ਵਿਚਾਰੀਏ, ਕਮਾਈਏ, ਨਾਲ ਦੀ ਨਾਲ ਪ੍ਰਣ ਕਰੀਏ ਕਿ ਗੁਰੂ ਬਖਸ਼ਿਸ਼ ਸਦਕਾ ਮੈਂ ਕੁਝ ਕਰਨਾ ਹੈ, ਮੈਂ ਕੁਝ ਬਣਨਾ ਹੈ। ਬਾਰ ਮੈਂ ਕਹਿੰਦਾ ਸਾਰੇ ਬੱਚਿਆਂ ਨੂੰ ਵੀ ਰੋਜ਼ ਬੋਲਿਆ ਕਰੋ, ਮੈਂ ਕੁਝ ਵੱਡਾ ਕਰਨਾ ਹੈ, ਮੈਂ ਕੁਝ ਵੱਖਰਾ ਕਰਨਾ ਹੈ। ਤੇ ਜਿਹੜਾ ਬੱਚਾ ਇਹ ਬੋਲੇਗਾ, ਇਹ ਸੋਚੇਗਾ, ਵੱਡੇ ਨਿਸ਼ਾਨੇ ਮਿੱਥੀਏ, ਪਰੇਸ਼ਾਨੀਆਂ ਛੋਟੀਆਂ ਹੋ ਜਾਣਗੀਆਂ, ਤੇ ਵੱਡੇ ਨਿਸ਼ਾਨੇ ਹੋਣਗੇ, ਆਪੇ ਰਸਤੇ ਬੰਦੇ ਜਾਣਗੇ। ਤੇ ਨਿਸ਼ਾਨੇ ਹੀ ਛੋਟੇ ਨੇ, ਸੋਚ ਹੀ ਨਹੀਂ ਹੈਗੀ, ਤੇ ਫਿਰ ਬਹੁਤ ਮੁਸ਼ਕਿਲ ਹੋ ਜਾਏਗਾ। ਆਓ ਅਸੀਂ ਸਾਰੇ ਇਨ ਗੱਲਾਂ ਵੱਲ ਸੁਚੇਤ ਹੋਈਏ। ਇਹ ਸਾਡੀ ਇੱਕ ਧਾਰਮਿਕ ਡਿਊਟੀ ਹੈ। ਨਾਮ ਜਪੋ, ਵੰਡ ਛਕੋ, ਅਸੀਂ ਸਾਰੇ ਕਰ ਰਹੇ ਹਾਂ। ਹੁਣ ਕਿਰਤ ਕਰੋ, ਔਰ ਕਿਰਤ, ਬੱਚਿਆਂ ਦੀ ਕਿਰਤ ਕੀ ਹੈ? ਬੱਚਿਆਂ ਦੀ ਕਿਰਤ ਹੈ ਕਿ ਉਹ ਪੜ੍ਹਾਈ ਕਰਨ, ਔਰ ਇਹਦੇ ਲਈ ਇੱਕ ਆਸ ਦੀ ਕਿਰਨ। ਪਿਛਲੇ ਸਾਲ 19 ਮਈ ਨੂੰ ਕੁਝ ਬੱਚਿਆਂ ਨੇ ਇਹ ਸੋਚਿਆ ਵੀ ਅਸੀਂ ਪੰਜਾਬ ਦੇ ਵਿੱਚ ਮਾਸ ਅਵੇਅਰਨੈਸ ਬਿਲਡਿੰਗ ਕਿਵੇਂ ਕਰੀਏ। ਸਾਡੇ ਕੋਲ ਨਾ ਇੰਨੇ ਟੀਚਰ ਨੇ, ਨਾ ਇੰਨੇ ਸਾਧਨ ਨੇ, ਕਿਵੇਂ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦੇ ਅੰਦਰ ਕੁਝ ਕਰਨ ਦੀ ਭਾਵਨਾ ਪੈਦਾ ਕਰੀ। ਉਹਨਾਂ ਨੇ ਇੱਕ ਕੈਂਪੇਨ ਸ਼ੁਰੂ ਕਰ ਦਿੱਤੀ। ਸਤਿਗੁਰੂ ਨੇ ਐਸੇ ਫੁਰਨੇ ਦਿੱਤੇ ਜੀ, ਐਸਪੀਰੇਸ਼ਨ ਬਿਲਡਿੰਗ ਕੈਂਪੇਨ, ਕਿ ਅਸੀਂ ਐਸਪੀਰੇਸ਼ਨਸ ਬਿਲਡ ਕਰੀਏ। ਤੇ ਕਿਵੇਂ ਕਰੀਏ? ਉਹਨਾਂ ਨੇ ਕਿਹਾ ਵੀ ਅਸੀਂ ਕਿਤਾਬਾਂ ਭੇਜਾਂਗੇ, ਤੁਸੀਂ ਕਿਤਾਬ ਪੜ੍ਹੋ, ਅਸੀਂ ਆਨਲਾਈਨ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੇ ਉਸ ਤੋਂ ਬਾਅਦ ਤੁਹਾਨੂੰ ਉਹਦੇ ਅਸੀਂ ਮਾਰਕ ਦੇ ਦਾਂਗੇ। ਜਿੰਨੇ ਨੰਬਰ ਉਹਨੇ ਪੈਸੇ ਤੁਹਾਡੇ ਜੁੜੀ ਜਾਣਗੇ। ਇੱਕ ਤੋਂ ਬਾਅਦ ਇੱਕ ਕਿਤਾਬ ਪੜ੍ਹੀ ਚੱਲੋ, ਕਿਤਾਬਾਂ ਅਸੀਂ ਸੁਜੈਸਟ ਨਹੀਂ ਚੱਲਾਂਗੇ, ਤੁਹਾਨੂੰ ਭੇਜੀ ਵੀ ਚੱਲਾਂਗੇ। ਹਾਰਡ ਕਾਪੀ ਫ੍ਰੀ ਚਾਹੀਦੀ, ਉਹ ਵੀ ਮਿਲੇਗੀ। ਤੇ ਗੁਰੂ ਪਿਆਰਿਓ, ਸਾਡੀ ਆਸ ਤੋਂ ਵੱਧ ਪਹਿਲੇ 1.5-2 ਮਹੀਨਿਆਂ ਵਿੱਚ ਹੀ 2000 ਬੱਚੇ ਰਜਿਸਟਰ ਹੋ ਗਏ। ਤੇ ਉਹ ਬੱਚਿਆਂ ਕੋਲ ਇੰਨਾ ਪ੍ਰਬੰਧ ਨਹੀਂ ਸੀ, ਇਹ ਰੋਕਣਾ ਪੈ ਗਿਆ ਵੀ ਨਹੀਂ ਯਾਰ, ਥੋੜੀ ਦੇਰ ਰਜਿਸਟ੍ਰੇਸ਼ਨ ਰੋਕ ਦਿਓ। ਔਰ ਹੁਣ ਉਹਨਾਂ ਨੇ ਇਹ ਜਨਵਰੀ ਫਰਵਰੀ ਦੇ ਵਿੱਚ ਦੁਬਾਰਾ ਉਹਦਾ ਸੈਕਿੰਡ ਸੀਜ਼ਨ ਸ਼ੁਰੂ ਕੀਤਾ ਹੈ। ਅਸੀਂ ਸਾਰੇ ਆਪਣੇ ਬੱਚਿਆਂ ਨੂੰ ਜੋੜੀਏ, 5ਵੀਂ ਤੋਂ ਵੱਡੇ ਬੱਚੇ ਕਿਤੇ ਵੀ। ਇੱਕ ਦਾ ਉਹਨਾਂ ਨੇ ਇਹ ਵੀ ਬਣਾ ਦਿੱਤਾ ਹੈ, ਨਹੀਂ ਤੇ abcreaders.org, ਉੱਥੇ ਜਾ ਕੇ ਅਸੀਂ ਆਪਣਾ ਫਾਰਮ ਭਰ ਦਈਏ। ਫ੍ਰੀ ਫਾਰਮ, ਫ੍ਰੀ ਕਿਤਾਬਾਂ। ਪਹਿਲੀ ਕਿਤਾਬ ਫ੍ਰੀ ਪੜ੍ਹ ਲੋਗੇ, ਪੇਪਰ ਦੇ ਦੋਗੇ, ਅਗਲੀ ਆ ਜਾਏਗੀ, ਅਗਲੀ ਪੜ੍ਹ ਲੋਗੇ, ਅਗਲੀ ਆ ਜਾਏਗੀ। ਔਰ ਫਿਰ ਕਮਾਲ ਦੀ ਗੱਲ, ਉਹਨਾਂ ਕਿਤਾਬਾਂ ਦੇ ਵਿੱਚ ਮਿਸ਼ਨਰੀ ਕਾਲਜ ਦੀ ਆਪਣੀ ਕਿਤਾਬਾਂ ਨੇ, ਸਟੱਡੀ ਸਰਕਲ ਦੀਆਂ ਨੇ, ਭਾਈ ਵੀਰ ਸਿੰਘ ਜੀ ਦੀਆਂ ਨੇ, ਸੁੰਦਰੀ ਨਾਵਲ 4th ਰਾਉਂਡ ਵਿੱਚ ਚੱਲ ਰਿਹਾ ਹੈ, ਡਾਕਟਰ ਇੰਦਰਜੀਤ ਸਿੰਘ ਪੰਜਾਬ ਐਂਡ ਸਿੰਧ ਬੈਂਕ ਦੀ ਬਾਇਓਗ੍ਰਾਫੀ ਹੈ, ਟਰੈਵਲੌਗ ਸਿੱਖ ਇਨ ਗ੍ਰੀਸ ਡਾਕਟਰ ਬ੍ਰਿਜਪਾਲ ਸਿੰਘ ਜੀ ਦਾ। ਸੋ ਇਸ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਘਰ ਬੈਠੇ ਹੀ ਕਿਤਾਬਾਂ ਦੇ ਨਾਲ, ਗਿਆਨ ਦੇ ਨਾਲ ਜੋੜ ਸਕਦੇ ਹਾਂ। ਬੁੱਕਸ ਤੋਂ ਵੱਡਾ ਮਿੱਤਰ, ਬੁੱਕਸ ਤੋਂ ਵਧੀਆ ਸਾਥੀ ਹੋਰ ਨਹੀਂ ਹੋ ਸਕਦਾ। ਸਾਨੂੰ ਇੱਕ ਆਦਤ ਪਾਣੀ ਪਏਗੀ, ਅਸੀਂ ਆਪਣੇ ਘਰਾਂ ਦੇ ਵਿੱਚ, ਮੈਂ ਤੇ ਕਹਿੰਦਾ ਹਰ ਮਹੀਨੇ ਇੱਕ ਕਿਤਾਬ ਜ਼ਰੂਰ ਖਰੀਦ ਕੇ ਲਿਆਓ। ਤੇ ਜੇ ਤੁਸੀਂ ਕਾਲਜ ਦੀਆਂ ਕਿਤਾਬਾਂ ਹੀ ਐਵੇਂ ਖਰੀਦ ਲਓ, ਸਾਰੀਆਂ ਕਿਤਾਬਾਂ 50 ਰੁਪਏ 100 ਰੁਪਏ ਤੋਂ ਵੱਧ ਕੁਝ ਨਹੀਂ ਕਿਤਾਬ। ਤੇ ਅਸੀਂ ਕਹਿੰਦੇ ਆ ਵੀ ਜਿਹੜਾ ਕੋਈ ਪਹਿਲੀ ਵਾਰੀ ਪੜ੍ਹੇ, ਜਿਹੜੀ ਗੱਲ ਚੰਗੀ ਲੱਗੇ ਨਾ, ਹਾਈਲਾਈਟ ਕਰਕੇ ਰੱਖ ਦੇਵੇ, ਪੇਜ ਦੇ ਵਿੱਚ ਬੁੱਕ ਮਾਰਕ ਕਰਕੇ ਰੱਖ ਦੇ। ਦੂਜਾ ਬੰਦਾ ਜੇ ਸਾਰੀ ਕਿਤਾਬ ਨਹੀਂ ਪੜ੍ਹਨੀ, ਉਹਨਾਂ ਹਾਈਲਾਈਟਡ ਪੋਰਸ਼ਨ ਹੀ ਪੜ੍ਹ ਲਵੇ। ਆਓ, ਇਹ ਹਾਲੀ ਵੀ ਸਾਡਾ ਇਹ ਨਹੀਂ ਕਿ ਹੁਣ ਅਸੀਂ ਕਿਤੇ ਨਹੀਂ ਜੀ ਅਸੀਂ ਪਿੱਛੇ ਰਹਿ ਜਾਵਾਂਗੇ, ਨਹੀਂ।
ਅੱਜ ਸਾਡੀ ਕੌਮ ਇਸ ਪਾਸੇ ਵੱਲ ਦੁਬਾਰਾ ਮੁੜ ਆਏਗੀ ਤੇ ਬਹੁਤ ਬਹੁਤ ਇੱਕ ਇਤਿਹਾਸਕ ਇਹ ਗੱਲ ਹੋਏਗੀ। ਮੈਂ ਕਾਲਜ ਦੇ ਸਾਰੇ ਹੀ ਪ੍ਰਬੰਧਕਾਂ ਦਾ, ਵੀਰ ਹਰਜੀਤ ਸਿੰਘ ਦਾ, MP ਸਿੰਘ ਜੀ ਦਾ, ਜਿਨ੍ਹਾਂ ਨੇ ਇਸ ਗੱਲ ਨੂੰ ਪੂਰਾ ਸਪੋਰਟ ਕੀਤੀ ਹੈ, ਉਤਸ਼ਾਹਿਤ ਕੀਤਾ ਹੈ। ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪ ਜੀ ਇਸ ਵਿਸਾਖੀ ਤੇ ਜਿਹੜੇ ਵੀ ਗੁਰਦੁਆਰੇ ਜਾਣਾ ਹੈ ਨਾ, ਆਪ ਨੂੰ ਕਾਲਜ ਵੱਲੋਂ ਇਸ ਗਰੁੱਪ ਦੇ ਵਿੱਚ ਇਹ ਵਾਲੀ PPT ਤੇ ਇੱਕ ਛੋਟਾ ਜਿਹਾ ਫੋਲਡਰ, ਜੋ ਕੁਝ ਮੈਂ ਸਾਰਾ ਬੋਲਿਆ ਹੈ ਨਾ, ਇਹ 5 ਮਿੰਟ ਦੇ ਵਿੱਚ ਉਹ ਲਿਖਿਆ ਗਿਆ ਹੈ। ਅਸੀਂ ਉਹ ਫੋਲਡਰ ਤੁਹਾਨੂੰ ਦੇ ਦਾਂਗੇ, ਤੁਸੀਂ ਗੁਰਦੁਆਰਾ ਸਾਹਿਬ ਟਾਈਮ ਲੈ ਕੇ ਆਪ ਬੋਲ ਦਿਓ, ਕਿਸੇ ਬੱਚੇ ਨੂੰ ਤਿਆਰ ਕਰਕੇ ਬੁਲਾ ਦਿਓ, ਤੇ ਨਹੀਂ ਤੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਨੂੰ ਕਹੀਏ ਤੁਸੀਂ ਹੀ ਇਹ ਪੜ੍ਹ ਕੇ ਸੁਣਾ ਦਿਓ। ਤੇ ਜੇ ਥੋੜਾ ਜਿਹਾ ਹੋਰ ਉਦਮ ਕਰ ਸਕੋ, ਇਹਦੇ ਬੈਨਰ ਜਿਹੜੇ ਨੇ ਕੁਝ ਬਣਾਏ ਗਏ ਨੇ, ਉਹ ਮੇਰੀ ਇਸ PowerPoint ਵਿੱਚ ਸ਼ਾਇਦ ਨਹੀਂ ਹੈਗੇ। ਹਾਂ, ਨਹੀਂ ਇਹਦੇ 'ਚ ਨਹੀਂ ਹੈਗੇ। ਮੈਂ ਦੇਖਦਾ ਅਗਰ ਦੂਸਰੇ ਪਾਸੇ ਹੋਏ ਤੇ ਮੈਂ ਆਪ ਜੀ ਨੂੰ ਦਿਖਾ ਦੇਣਾ। ਇੱਕੋ ਹੀ ਬੈਨਰ ਦੇ ਵਿੱਚ ਇਹ ਸਾਰਾ ਕੁਝ ਪਾ ਦਿੱਤਾ ਗਿਆ ਹੈ, ਤਿੰਨੋਂ ਹੀ S ਪਾ ਦਿੱਤੇ ਗਏ ਨੇ। ਤੇ ਮੇਰਾ ਮਨ ਹੈ ਜੇ ਅਸੀਂ ਸਾਰੇ ਜਣੇ ਇੱਕ ਇੱਕ ਬੈਨਰ, ਬੜੇ ਸਸਤੇ 10 ਰੁਪਏ 12 ਰੁਪਏ 6 ਰੁਪਏ ਫੁੱਟ ਦੇ 'ਚ ਬਣ ਜਾਂਦੇ ਨੇ, ਤੇ 200-300 ਰੁਪਏ 400 ਰੁਪਏ ਦੇ ਵਿੱਚ ਇਹ ਬੈਨਰ ਤੁਸੀਂ ਆਪਣੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਪੁੱਛ ਕੇ ਲਾ ਦਿਓ। ਤੇ ਜੇ ਕੋਈ ਇਹੋ ਜਿਹੀ ਗੱਲ ਕਰਦਾ, ਥੱਲੇ ਜੀ ਤੁਹਾਡੇ ਗੁਰਦੁਆਰੇ ਦਾ, ਤੁਹਾਡੀ ਸੰਸਥਾ ਦਾ ਨਾਮ ਲਿਖ ਦਿੰਦੇ ਆ, ਸਾਨੂੰ ਉਹ ਵੀ ਕੋਈ ਨਹੀਂ। ਪਰ ਇਹ ਜਿਹੜੀ ਲਹਿਰ ਹੈ, ਇਹ ਕੇਵਲ ਸੋਸ਼ਲ ਮੀਡੀਆ ਤੇ ਨਾ ਚੱਲੇ, ਇਹ ਲਹਿਰ ਸਾਡੇ ਗਰਾਊਂਡ ਤੇ ਚੱਲੇ। ਹਰ ਗੁਰਦੁਆਰੇ, ਹਰ ਬੱਚੇ ਨੂੰ ਇਹ 3 ਸੱਸੇ 3 S ਪਤਾ ਲੱਗ ਜਾਣ, ਔਰ ਅਸੀਂ ਜਿੰਨੀ ਜਲਦੀ ਹੋ ਸਕੇ ਅਸੀਂ ਗੁਰਮਤ ਦੇ ਇਸ ਵਿਦਿਆ ਦੇ ਇਨਕਲਾਬ ਵੱਲ ਮੁੜ ਆਈਏ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨਗੇ। ਆਪ ਜੀ ਮੇਰੀਆਂ ਗਲਤੀਆਂ ਵੀ ਦੱਸਣਾ, ਸੁਝਾਅ ਜ਼ਰੂਰ ਦੇਣਾ ਤੇ ਆਪੋ ਆਪਣੀ ਸੇਵਾ ਜ਼ਰੂਰ ਸੰਭਾਲਣਾ। ਇੰਨੇ ਅੱਖਰਾਂ ਦੇ ਨਾਲ ਖਿਮਾ ਦਾ ਜਾਚਕ ਹਾਂ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ।